ਅਜੈ ਗੰਗ ਜਲ ਟਲ ਸਿੱਖ ਸੰਗਤ ਸਭ ਨਾਵੈ। ਨਿਤ ਪੁਰਾਣ ਬਾਚੀਐ ਵੇਦ ਬ੍ਰਹਮਾ ਮੁਖ ਗਾਵੈ। ਅਜੈ ਚਵਰ ਸਿਰ ਟੁਲੈ ਨਾਮ ਅੰਮ੍ਰਿਤ ਮੁਖ ਲਿਓ। ਗੁਰ ਅਰਜੁਨ ਸਿਰ ਛਤਰ ਆਪ ਪਰਮੇਸ਼ਰ ਦਿਓ। ਮਿਲ ਨਾਨਕ ਅੰਗਦ ਅਮਰ ਗੁਰ। ਗੁਰ ਰਾਮਦਾਸ ਹਰਿ ਪੈ ਗਇਓ। ਹਰ ਬੰਸ ਜਗਤ ਜਸ ਸੰਚਰਿਓ। ਸੋ ਕਵਣ ਕਹੈ ਸ੍ਰੀ ਗੁਰ ਮੋਇਓ। ਹਰ ਬੰਸ ਜਗਤ ਜਸ ਸੰਚਰਿਓ। ਸੋ ਕਵਣ ਕਹੈ ਸ੍ਰੀ ਗੁਰ ਮੋਇਓ। ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਭਾਇਓ। ਹਰ ਸਿੰਘਾਸਨ ਦਿਓ ਸ੍ਰੀ ਗੁਰ ਤਹਿ ਬੈਠਾਇਓ। ਰਹਿਸ ਕੀਓ ਸੁਰ ਦੇਵ ਤੋਏ ਜਸ ਜੈ ਜੈ ਜੰਪੈ। ਅਸੁਰ ਗਏ ਤੇ ਭਾਗ ਪਾਪ ਤਿਨ ਪੀਤਰ ਕੰਪੈ। ਕਾਟੇ ਸੋ ਪਾਪ ਤਿਨ ਨਰੋਂ ਕੇ ਗੁਰ ਰਾਮਦਾਸ ਜਿਨ ਪਾਇਓ। ਛਤਰ ਸਿੰਘਾਸਨ ਪ੍ਰਿਥਵੀ ਗੁਰ ਅਰਜਨ ਕੋ ਦਿਆਇਓ। ਹਾਂ ਬਵ ਗੁਣ ਭਰੇ ਏਕ ਗੁਣ ਨਾਹੀ। ਅੰਮ੍ਰਿਤ ਛਾੜ ਬਿਖਾ ਬਿਖ ਖਾਇ। ਮਾਇਆ ਮੋਹ ਪਰਮ ਪੈ ਪੂਲੇ। ਸੁਤ ਦਾਰਾ ਸਿਉ ਪ੍ਰੀਤ ਲਗ। ਇਕ ਉਤਮ ਪੰਥ ਸੁਣਿਓ ਗੁਰ ਸੰਗਤ। ਤਹ ਮਿਲੰਤ ਜਾਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ। ਗੁਰ ਰਾਮਦਾਸ ਰਾਖੋ ਸਰਨਾਇ। ਸੋ ਕੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਈ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮਦੀ ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹਲਾ ਪਹਿਲਾ ਘਰ ਦੂਜਾ। ਮੋਰੀ ਰੋਣ ਚੁਣ ਲਾਇਆ ਭੈਣੇ ਸਾਵਣ ਆਇਆ। ਤੇਰੇ ਮੁੰਦ ਕਟਾਰੇ ਜੇ ਵੱਡਾ। ਤਿਨ ਲੋਭੀ ਲੋਭ ਲੁਭਾਇਆ। ਮੋਰੀ ਰੋਣਾ ਝੋਣ ਲਾਇਆ ਭੈਣੇ ਸਾਵਣ ਆਇਆ। ਤੇਰੇ ਮੁੰਦ ਕਟਾਰੇ ਜੇ ਵੱਡਾ। ਤਿਨ ਲੋਭੀ ਲੋਭ ਲੁਭਾਇਆ। ਤੇਰੇ ਦਰਸ਼ਨ ਵਿਟਹੁ ਖੰਨੀਐ ਵੰਜਾ। ਤੇਰੇ ਨਾਮ ਵਿਟਹੁ ਕੁਰਬਾਨੋ। ਜਾ ਤੂ ਤਾ ਮੈਂ ਮਾਨ ਕੀਆ ਹੈ। ਤੋਦ ਬਿਨਾ ਕਿਹਾ ਮੇਰਾ ਮਾਨੋ।
ਚੂੜਾ ਪੰਨ ਪਲੰਗ ਸਿਓ ਮੁੰਦੇ ਸਾਣ ਬਾਹੀ ਸਾਣ ਬਾਹਾ ਇਤੇ ਵੇਸ ਕਰੰਦੀਏ ਮੁੰਦੇ ਸੋਹਰਾ ਤੋ ਅਵਰਾਹ ਨਾ ਮਨਿਆਰ ਨਾ ਚੂੜੀਆ ਨਾ ਸੇਵੰਗੜੀਆ ਜੋ ਸਹ ਕੰਠ ਨ ਲੱਗਿਆ ਜਲਨ ਸੇ ਬਾਹੜਿਆ ਸਭ ਸਹਿਆ ਸਹੁਰਾਵਣ ਗਈਆ ਹਾਂ ਦਾਦੇ ਕੈ ਦਰ ਜਾਵਾ ਅਮਲੀ ਹਾਂ ਖਰੇ ਸੁਚਜੇ ਤੈ ਸਹ ਏਕ ਨਾ ਪਾਵਾ ਮਾਠ ਗੁੰਦਾਈ ਪੱਟਿਆ ਭਰੀਐ ਮੰਗ ਸੰਦੂਰੇ ਅੱਗੇ ਗਈ ਨਾ ਮੰਨਿਆ ਮਰੋ ਵੇਸੂਰ ਵੇਸੂਰੇ ਮੈਂ ਰੋਵੰਦੀ ਸਭ ਜਗ ਰੁੰਨਾ ਰੁੰਨੜੇ ਵਨ ਹੋ ਪੰਖੇਰੂ ਇਕ ਨਾ ਰੁੰਨਾ ਮੇਰੇ ਤਨ ਕਾ ਬਿਰਹਾ ਜਿਨ ਹਉ ਪਿਰਹੋ ਵਿਛੋੜੀ ਸੁਪਨ ਆਇਆ ਪੀ ਗਿਆ ਮੈਂ ਜਲ ਭਰਿਆ ਰੋਏ ਆਏ ਨਾ ਸਕਾ ਤੁਝ ਕਨ ਪਿਆਰੇ ਭੇਜ ਨਾ ਸਕਾ ਕੋਏ ਆਓ ਸਭਾਗੇ ਨੀਂਦੜੀਏ ਮਤ ਸਾਹੋ ਦੇਖਾ ਸੋਏ ਤੈ ਸਾਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਕਿਆ ਦੀਜੈ ਸੀਸ ਵੱਡੇ ਕਰ ਬੈਸਣ ਦੀਜੈ ਵਿਨ ਸਿਰ ਸੇਵਾ ਕਰੀਜੈ ਕਿਉ ਨਾ ਮਰੀਜੈ ਜੀੜਾ ਨਾ ਦੀਜੈ ਜਾ ਸਹੋ ਭਇਆ ਵਿਡਾਣਾ ਤੈ ਸਾਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਕਿਆ ਦੀਜੈ ਸੀਸ ਵੱਡੇ ਕਰ ਬੈਸਣ ਦੀਜੈ ਵਿਨ ਸਿਰ ਸੇਵ ਕਰੀਜੈ ਕਿਉ ਨਾ ਮਰੀਜੈ ਜੀੜਾ ਨਾ ਦੀਜੈ ਜਾ ਸਹੋ ਭਇਆ ਵਿਡਾਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ
ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ। ਸਾਹਿਬ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਪਾਵਨ ਚਰਨਾਂ ਨਾਲ ਨਿਵਾਜੀ ਧਰਤੀ ਤੇ ਨਮਸਕਾਰ ਕਰਕੇ ਜਨਮ ਸਫਲਾ ਰਹੇ ਸਤਸੰਗੀ ਜਨੋ। ਅੰਮ੍ਰਿਤ ਵੇਲੇ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਘਰ ਤੋਂ ਆਏ ਹੋਏ ਪਾਵਨ ਪਵਿੱਤਰ ਸ਼੍ਰੀ ਮੁਖ ਵਾਕ ਜੀ ਕਾ ਪਾਠ ਸ਼ਬਦ ਭਾਈ ਸਾਹਿਬ ਜੀ ਕੀ ਰਸਨਾ ਤੋਂ ਸਰਵਣ ਕੀਤਾ ਹੈ। ਦੀਨ ਦਿਆਲ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਰਾਗ ਵਡਹੰਸ ਅੰਦਰ ਪਾਵਨ ਅੰਗ 557 ਤਥਾ 558 ਉੱਪਰ ਇਹ ਸ਼ਬਦ ਸੁਸ਼ੋਭਤ ਹੈ। ਔਰ ਜਦੋਂ ਪਾਵਨ ਪਵਿੱਤਰ ਸ਼ਬਦ ਦੇ ਸਾਧ ਸੰਗਤ ਜੀਓ ਆਪ ਦਰਸ਼ਨ ਕਰੋਗੇ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਇੱਕੋ ਬੰਦ ਹੈ। ਭਾਵੇਂ ਸ਼ਬਦ ਲੰਬੇਰਾ ਹੈ ਪਰ ਮਹਾਰਾਜ ਜੀਆਂ ਨੇ ਬੰਦ ਇੱਕੋ ਰੱਖਿਆ ਹੈ ਸ਼ਬਦ ਦਾ। ਕਈ ਵਾਰ ਸ਼ਬਦਾਂ ਅੰਦਰ 2 ਜਾਂ 4 ਬੰਦ। ਜਦੋਂ ਦਰਸ਼ਨ ਕਰਾਂਗੇ ਪਾਵਨ ਮੁਬਾਰਕ ਸ਼ਬਦ ਦੇ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਪਾਵਨ ਮੁਬਾਰਕ ਬਚਨ ਦੇ ਅੰਦਰ ਜਦੋਂ ਭਾਵ ਅਰਥ ਦੇ ਦੀਦਾਰ ਕਰਾਂਗੇ, ਪਹਿਲਾਂ ਵਾਤਾਵਰਣ ਦੀ ਬਾਤ ਕੀਤੀ। ਸਾਉਣ ਦਾ ਮਹੀਨਾ ਚੜਿਆ ਔਰ ਉਸ ਪਰਿਪੂਰਨ ਪਰਮਾਤਮਾ ਦੇ ਉਹਦੀ ਕੁਦਰਤ ਦੇ ਉਹਦੇ ਦੀਦਾਰ ਦੀ ਗੱਲ ਕੀਤੀ। ਔਰ ਉਪਰੰਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਜੀਵ ਰੂਪੀ ਇਸਤਰੀ ਨੇ ਜੋ ਕੀਤੇ ਹੋਏ ਉਹਦੇ ਸ਼ਿੰਗਾਰ ਸਨ। ਸ਼ਿੰਗਾਰਾਂ ਦਾ ਵਰਣਨ ਕੀਤਾ ਔਰ ਉਪਰੰਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਫਿਰ ਵਿਛੋੜੇ ਦੀ ਗੱਲ ਕੀਤੀ ਕਿ ਹੇ ਪਰਿਪੂਰਨ ਪਰਮਾਤਮਾ, ਤੇਰੇ ਘਰ ਨਾਲੋਂ ਵਿਛੋੜਾ ਹੈ। ਔਰ ਉਹ ਇੱਕ ਐਸਾ ਵਿਛੋੜਾ ਜਿਹੜਾ ਹੁਣ ਦਾ ਨਹੀਂ, ਬਹੁਤ ਲੰਮੇ ਸਮੇਂ ਤੋਂ ਹੈ, ਕੋਈ ਇੱਕ ਜਨਮ ਦਾ ਨਹੀਂ। ਜਿਹਨੂੰ ਭਗਤ ਰਵਿਦਾਸ ਸਾਹਿਬ ਜੀ ਬਚਨ ਕਰਦੇ ਹਨ, ਬਹੁਤ ਜਨਮ ਵਿਛਰੇ ਥੇ ਮਾਧੋ, ਕੋਈ ਇੱਕ ਜਨਮ ਦਾ ਵਿਛੋੜਾ ਨਹੀਂ, ਪਰ ਮੁਕਣਾ ਉਹਦੀ ਕਿਰਪਾ ਦੇ ਨਾਲ ਹੈ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਮੁਕਣਾ ਉਹਦੀ ਕਿਰਪਾ ਨਾਲ ਹੈ। ਔਰ ਅਖੀਰ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਅਰਦਾਸ ਕੀਤੀ ਤੇ ਸਾਨੂੰ ਜੋ ਸ਼ਬਦ ਸਰਵਣ ਕਰਨ ਵਾਲੇ ਸਰੋਤਾ ਜਨ, ਪੜ੍ਹਨ ਵਾਲੇ ਗੁਰਮੁਖ ਪਿਆਰੇ ਜਨ, ਉਹਨਾਂ ਨੂੰ ਅਰਦਾਸ ਕਰਨ ਦਾ ਢੰਗ ਤਰੀਕਾ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਦਰਸਾਇਆ ਕਿ ਇਹ ਭਾਈ ਸਾਹਿਬ ਦੇ ਘਰ ਦੇ ਅੰਦਰ ਇਸ ਪ੍ਰਕਾਰ ਤੂੰ ਬੇਨਤੀ ਕਰ, ਮਾਲਕ ਜੀਆਂ ਦੇ ਘਰ ਦੇ ਅੰਦਰ ਜੇ ਦਰ ਮੰਗਤ ਕੂਕ ਕਰੇ, ਮਹਿਲੀ ਖਸਮ ਸੁਣੇ, ਭਾਵੇਂ ਧੀਰਕ ਭਾਵੇਂ ਧੱਕੇ ਏਕ ਵਡਾਈ ਦੇ। ਉਹਦੇ ਘਰ ਦੇ ਅੰਦਰ ਕੂਕਣ ਤੋਂ ਭਾਵ ਬਿਨਾਂ ਬੇਨਤੀ ਕਰਨ ਦਾ ਹੈ। ਕਬੀਰ ਕੇਸੋ ਕੇਸੋ ਕੂਕੀ ਹੈ, ਨਾ ਸੋਈਐ ਆਸਾਰ, ਰਾਤ ਦਿਵਸ ਕੈ ਕੂਕਣੈ, ਕਬੂ ਕੈ ਸੁਣੈ ਪੁਕਾਰ। ਕੋਈ ਤਾਂ ਸੁਲੱਖਣੀ ਘੜੀ ਭਾਵ ਕੋਈ ਤਾਂ ਸਮਾਂ ਇੱਕ ਐਸਾ ਆਏਗਾ ਨਾ ਵੀ ਜਿਸ ਦਿਨ ਤੇਰੀ ਵੀ ਬੇਨਤੀ ਸੁਣੀ ਜਾਏਗੀ।
ਸੋ ਸਾਧ ਸੰਗਤ ਜੀਓ, ਇਹ ਤਾਂ ਹੈ ਅੱਜ ਦੇ ਪਾਵਨ ਪਵਿੱਤਰ ਸ਼ਬਦ ਦਾ ਭਾਵ ਅਰਥ। ਇਸ ਤੋਂ ਪਹਿਲਾਂ ਕਿ ਪਾਵਨ ਮੁਬਾਰਕ ਸ਼ਬਦ ਦੀ ਵਿਚਾਰ ਆਪਾਂ ਪ੍ਰਾਰੰਭ ਕਰੀਏ, ਜੋ ਅੱਜ ਦਾ ਦਿਹਾੜਾ ਹੈ, ਸੋਢੀ ਸੁਲਤਾਨ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਜੋਤੀ ਜੋਤ ਦਿਵਸ ਦਿਹਾੜਾ ਹੈ ਅੱਜ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਦੋਂ ਸੁਦੀ ਤੀਜ ਗੋਇੰਦਵਾਲ ਸਾਹਿਬ ਦੇ ਪਾਵਨ ਮੁਬਾਰਕ ਅਸਥਾਨਾਂ ਤੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਗੋਇੰਦਵਾਲ ਸਾਹਿਬ ਪਾਵਨ ਮੁਬਾਰਕ ਅਸਥਾਨਾਂ ਤੇ ਪ੍ਰਭੁਪੁਰ ਪਿਆਨਾ ਮਹਾਰਾਜ ਜੀਆਂ ਨੇ ਕੀਤਾ। ਸਨ 1534 ਦਾ ਅਵਤਰਨ ਹੈ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ। ਔਰ ਇਸ ਗੱਲ ਦੀ ਗਵਾਹੀ ਭੱਟ ਹਰਬੰਸ ਜੀ ਜਿਸ ਦਿਨ ਧੰਨ ਗੁਰੂ ਰਾਮਦਾਸ ਮਹਾਰਾਜ ਜੋਤੀ ਜੋਤ ਸਮਾਉਂਦੇ ਹਨ, ਭੱਟ ਹਰਬੰਸ ਜੀ ਵੀ ਉੱਥੇ ਸਨ। ਜਦੋਂ ਭੱਟ ਹਰਬੰਸ ਜੀ ਦਾ ਇਹ ਪਾਵਨ ਸਵਈਆ ਉਚਾਰਨ ਕੀਤਾ ਹੋਇਆ, ਦਰਸ਼ਨ ਕਰਨੇ ਹਾਂ ਅਜੈ ਗੰਗ ਜਲ ਟਲ ਸਿੱਖ ਸੰਗਤ ਸਭਨਾਵੈ। ਹੋਇਆ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਤੇ। ਤਖਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ, ਉਗਵਣੋ ਤਾ ਆਥ ਵਣੋ ਚੌ ਚੱਕੀ ਕੀਨ ਲੋਆ। ਤੇ ਉਸ ਤੋਂ ਪਹਿਲਾਂ ਵੀ ਕੁਝ ਇੱਕ ਘਟਨਾਵਾਂ ਐਸੀਆਂ ਹੋਈਆਂ ਸਨ ਵੀ ਜਿਹਦੇ ਤੋਂ ਬਾਬੇ ਪ੍ਰਿਥੀਏ ਦੇ ਅੰਦਰ ਦਾ ਪਤਾ ਲੱਗ ਗਿਆ ਸੀ ਮਹਾਰਾਜ ਜੀ ਨੂੰ। ਸੰਗਤ ਦੇ ਅੰਦਰ ਵੀ ਇਹ ਗੱਲ ਸਪਸ਼ਟ ਸੀ। ਆਪ ਜੀਆਂ ਨੇ ਦਰਸ਼ਨ ਕੀਤੇ ਹੋਣਗੇ, ਬਾਣੀ ਪੜਨ ਵਾਲੇ ਗੁਰਮੁਖ ਪਿਆਰੇ ਹੋ। 1200 ਅੰਗ ਤੇ ਸਾਰੰਗ ਰਾਗ ਦੇ ਅੰਦਰ ਮੇਰਾ ਖਿਆਲ ਸਤਿਗੁਰੂ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ, ਅੱਜ ਉਹ ਇਕੱਲੇ ਬਾਬੇ ਪ੍ਰਿਥੀਏ ਵਾਸਤੇ ਨਹੀਂ, ਸਮੂਹ ਬੱਚਿਆਂ ਵਾਸਤੇ ਹੈ। ਇਕੱਲੇ ਬਾਬੇ ਪ੍ਰਿਥੀਏ ਵਾਸਤੇ ਨਹੀਂ, ਕਿਉਂਕਿ ਗੁਰਬਾਣੀ ਤਾਂ ਹਰ ਵਕਤ ਹੀ ਨਵਾਂ ਨਰੋਆ ਹੈ ਨਾ ਸਾਹਿਬ। ਸ਼ਬਦ ਹੈ ਕਾਹੇ ਪੂਤ ਝਗਰਤ ਹੋ ਸੰਗ ਬਾਪ। ਇਹ ਬੱਚਾ, ਬੇਟਾ ਤੂੰ ਕਿਉਂ ਲੜਨਾ ਆਪਣੇ ਪਿਓ ਨਾਲ? ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨਕੇ ਜਨੇ ਬਡੀਰੇ ਤੁਮ ਹੋ ਤਿਨਸਿਓ ਝਗਰਤ ਪਾਪ। ਤੂੰ ਕਹਿੰਦਾ ਪਾਪ ਫਲਾਣੇ ਕੰਮ ਦਾ ਲੱਗਦਾ ਹੈ, ਪਾਪ ਫਲਾਣਾ ਲੱਗਦਾ। ਮਹਾਰਾਜ ਕਹਿੰਦੇ ਏਦੂ ਵੱਡਾ ਪਾਪ ਕੋਈ ਨਹੀਂ ਵੀ ਜਿਨ੍ਹਾਂ ਨੇ ਜਨਮ ਦਿੱਤਾ ਉਹਨਾਂ ਨਾਲ ਤੂੰ ਲੜਦਾ ਹੈ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਏਦੂ ਵੱਡਾ ਮਹਾਰਾਜ ਕਹਿੰਦੇ ਪਾਪ ਕੋਈ ਨਹੀਂ। ਹੋਰ ਪਾਪ ਤਾਂ ਹੋ ਸਕਦਾ, ਗੁਨਾਹ ਮਾਫ ਹੋ ਜਾਣੇ ਤਾਂ ਮੁਆਫੀ ਯੋਗ ਵੀ ਨਹੀਂ ਹੈ ਨਾ, ਵੀ ਜਿਨ੍ਹਾਂ ਨੇ ਜਨਮ ਦਿੱਤਾ ਹੈ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਪਾਏ ਜਗਤ ਦਿਖਾਇਆ। ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਜੀਆਂ ਨੇ ਉਸ ਵਕਤ ਬਾਬੇ ਪ੍ਰਿਥੀਏ ਲਈ ਇਹ ਸ਼ਬਦ ਉਚਾਰਿਆ, ਤੇ ਖਿਮਾ ਕਰਨਾ ਕੱਲੇ ਬਾਬੇ ਪ੍ਰਿਥੀਏ ਲਈ ਉਸ ਵਕਤ ਹੀ ਨਹੀਂ, ਅੱਜ ਵੀ ਉਸੇ ਭਾਵ ਦੇ ਅੰਦਰ ਹੈ। ਜੇ ਕੋਈ ਐਸੀ ਵਿਧ ਬਣ ਗਈ, ਪ੍ਰਮਾਤਮਾ ਨੇ 4 ਟਕੇ ਪੁੱਤਰ ਨੂੰ ਪਿਤਾ ਨਾਲੋਂ ਵੱਧ ਦੇ ਦਿੱਤੇ। ਮਹਾਰਾਜ ਕਹਿੰਦੇ ਵੀ ਉਹਨਾਂ 4 ਟਕਿਆਂ ਦੇ ਅਹੰਕਾਰ ਦੇ ਅੰਦਰ ਹੋ ਕੇ ਆਪਣੇ ਪਿਤਾ ਨੂੰ ਤੂੰ ਹੁਣ ਉੱਚੇ ਬੋਲ ਬੋਲਣੇ ਸ਼ੁਰੂ ਕਰ ਦਿੱਤੇ। ਸਾਰਾ ਸ਼ਬਦ ਜਿਨਕੇ ਜਨੇ ਬਡੀਰੇ ਤਿਨਹੋ ਤਿਨਸੋ ਝਗਰਤ ਪਾਪ, ਜਿਸ ਧਨ ਕਾ ਤੁਮ ਗਰਭ ਕਰਤ ਹੋ। ਜਿਸ ਧਨ ਕਾ ਤੁਮ ਗਰਭ ਕਰਤ ਹੋ, ਸੋ ਧਨ ਕਿਸਾ ਨਾ ਆਪ।
ਵੀ ਉਹ ਕਿਹੜਾ ਨਾਲ ਸਦੀਵੀ ਮਹਾਰਾਜ ਕਹਿੰਦੇ ਰਹਿਣਾ ਵੀ ਜੇ ਅੱਜ 4 ਪੈਸੇ ਤੇਰੇ ਕੋਲ ਥੋੜੇ ਜ਼ਿਆਦੇ ਹਨ, ਜਿਸ ਧਨ ਕਾ ਤੁਮ ਗਰਭ ਕਰਤ ਹੋ ਸੋ ਧਨ ਕਿਸੈ ਨਾ ਆਪ, ਖਿਨ ਮੈਂ ਛੋੜ ਜਾਏ ਖਿਆ ਰਸ ਤੋਲਾ ਕੈ ਪਛਤਾਪ। ਤੇ ਸਾਧ ਸੰਗਤ ਜੀਓ ਜ਼ਰੂਰੀ ਹੈ ਜੇ ਪਾਵਨ ਪਵਿੱਤਰ ਅਜਿਹੇ ਸ਼ਬਦ ਭਾਵ ਰੋਜ਼ਾਨਾ ਪਾਠ ਕੀਤਾ ਜਾਏ ਸ਼ਬਦਾਂ ਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਿਰ ਸ਼ਬਦ ਦੀ ਚੋਟ ਕਰਦੇ ਰਹਿਣ ਬੱਚੇ ਨੂੰ, ਬਈ ਨਹੀਂ, ਉਹਨਾਂ ਦੇ ਕਹਿਣੇ ਅਨੁਸਾਰ ਹੋ ਕੇ ਚੱਲਣਾ ਹੈ। ਸੋ ਸਤਿਗੁਰੂ ਗੁਰੂ ਗਰੀਬ ਨਵਾਜ ਮਹਾਰਾਜ ਜੀ ਨੇ ਜਦੋਂ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ, ਅੰਮ੍ਰਿਤਸਰ ਸਾਹਿਬ ਮਹਾਰਾਜ ਗੋਇੰਦਵਾਲ ਸਾਹਿਬ ਆ ਗਏ। ਉਸ ਤੋਂ ਬਾਅਦ 2 ਦਿਨਾਂ ਬਾਅਦ ਸ਼ਹਿਨਸ਼ਾਹ ਜੀ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਅਗਲੇ ਦਿਨ ਪ੍ਰਭਪੁਰ ਪਿਆਨਾ ਕਰ ਗਏ। ਜਦੋਂ ਇਹ ਖੇਡ ਵਾਪਰੀ, ਸਾਰੇ ਸ਼ਰੀਕੇ ਬਰਾਦਰੀ ਵਾਲੇ ਇਕੱਠੇ ਹੋਏ। ਬਾਬਾ ਪ੍ਰੀਥੀਆ ਅੰਮ੍ਰਿਤਸਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਆਇਆ। ਆਉਂਦਿਆਂ ਉਹਨੇ ਕਹਿ ਦਿੱਤਾ ਕਿ ਵੇਖੋ ਲੋਕੋ, ਗੁਰੂ ਅਰਜਨ ਦੇਵ ਮਹਾਰਾਜ ਵੱਲ ਇਸ਼ਾਰਾ ਕਰਕੇ, ਮੇਰੇ ਛੋਟੇ ਭਰਾ ਨੇ ਪਿਤਾ ਜੀ ਨੂੰ ਕੁਝ ਦੇ ਕੇ ਖਤਮ ਕਰ ਦਿੱਤਾ ਹੈ, ਕੁਝ ਦੇ ਕੇ ਖਤਮ ਕਰ ਦਿੱਤਾ ਹੈ। ਵੀ ਮਹਾਰਾਜ ਜੀ ਤਾਂ ਠੀਕ ਸਨ ਜਿੱਦਣ ਆਏ ਸਨ, ਨਾਲ ਹੀ ਮਹਾਰਾਜ ਜੀ ਨੂੰ ਕੀ ਹੋਇਆ ਪਤਾ ਨਹੀਂ, ਇਹਨਾਂ ਕੁਝ ਕੀਤਾ ਹੈ। ਸਤਿਕਾਰਯੋਗ ਭੱਟ ਹਰਬੰਸ ਸਾਹਿਬ ਵੀ ਉੱਥੇ ਨੇ। ਭੱਟ ਹਰਬੰਸ ਜੀਆਂ ਨੇ ਉਹ ਸਾਰਾ ਕੋਲੋਂ ਵੇਖਿਆ ਤੇ ਸਤਿਗੁਰੂ ਜੀ ਕੀ ਪਾਵਨ ਪਵਿੱਤਰ ਬਾਣੀ ਅੰਦਰ ਸਾਧ ਸੰਗਤ ਜੀਓ 1410 ਅੰਗ ਤੇ ਗੁਰਦੇਵ ਜੀਆਂ ਦੇ ਜਿੱਥੇ ਸਵਈਏ ਸਮਾਪਤ ਹੁੰਦੇ ਨੇ, ਭੱਟ ਹਰਬੰਸ ਜੀਆਂ ਨੇ ਸਵਈਆ ਉਚਾਰਿਆ ਕਿ ਅਜੈ ਗੰਗ ਜਲ ਟਲ ਸਿੱਖ ਸੰਗਤ ਸਭ ਨਾਵੈ, ਨਿਤ ਪੁਰਾਣ ਬਾਚੀਐ ਵੇਦ ਬ੍ਰਹਮਾ ਮੁਖ ਗਾਵੈ। ਨਿਤ ਪੁਰਾਣ ਬਾਚੀਐ ਵੇਦ ਬ੍ਰਹਮਾ ਮੁਖ ਗਾਵੈ, ਅਜੈ ਚਵਰ ਸਿਰ ਢੁਲੈ, ਨਾਮ ਅੰਮ੍ਰਿਤ ਮੁਖ ਲੀਓ, ਗੁਰ ਅਰਜੁਨ ਸਿਰ ਛਤਰ ਆਪ ਪਰਮੇਸ਼ਰ ਦੀਓ, ਮਿਲ ਨਾਨਕ ਅੰਗਦ ਅਮਰ ਗੁਰ, ਗੁਰ ਰਾਮਦਾਸ ਹਰ ਪੈ ਗਇਓ। ਹਰਬੰਸ ਉਹਨਾਂ ਦਾ ਨਾਮ ਹੈ। ਹਰਬੰਸ ਜਗਤ ਜਸ ਸੰਚਰਿਓ, ਸੋ ਕਵਣ ਕਹੈ ਸ੍ਰੀ ਗੁਰ ਮੋਇਓ। ਕੌਣ ਕਹਿ ਰਿਹਾ ਵੀ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਵ ਮੋਏ ਹਨ? ਕੀ ਹੋਇਆ? ਦੇਵਪੁਰੀ ਮੈਂ ਗਇਓ, ਆਪ ਪਰਮੇਸ਼ਰ ਭਾਇਓ। ਕਹਿੰਦੇ ਉਹ ਤਾਂ ਆਪ ਮਾਲਕ ਨੂੰ ਚੰਗੀ ਲੱਗੀ ਕਿਹੜਾ। ਦੇਵਪੁਰੀ ਮੈਂ ਗਇਓ, ਆਪ ਪਰਮੇਸ਼ਰ ਭਾਇਓ, ਹਰ ਸਿੰਘਾਸਨ ਦਿਓ, ਸ੍ਰੀ ਗੁਰ ਤਹਿ ਬੈਠਾਇਓ। ਰਹਿਸ ਕੀਓ ਸੁਰਦੇਵ ਤੋਏ, ਜਸ ਜੈ ਜੈ ਜੰਪੈ, ਅਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪੈ, ਕਾਟੇ ਸੋ ਪਾਪ ਤਿਨ ਨਰੋਂ ਕੇ, ਗੁਰ ਰਾਮਦਾਸ ਜਿਨ ਪਾਇਓ, ਛਤਰ ਸਿੰਘਾਸਨ ਪ੍ਰਿਥਵੀ, ਗੁਰ ਅਰਜੁਨ ਕਉ ਦੇ ਆਇਓ। ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ, ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ, ਆਪ ਸਿਰਜਨਹਾਰੈ ਤਾਰਿਆ। ਸ਼ਹਿਨਸ਼ਾਹ ਜੀਆਂ ਦਾ ਅੱਜ ਜੋਤੀ ਜੋਤ ਦਿਵਸ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਸ਼ਹਿਨਸ਼ਾਹ ਜੀਆਂ ਦੇ ਦੀਦਾਰ ਆਪਾਂ ਗੁਰਦੇਵ ਜੀ ਕੀ ਪਾਵਨ ਪਵਿੱਤਰ ਬਾਣੀ ਪੜ੍ਹ ਕੇ ਕਰਨੇ ਹਾਂ। ਜਦੋਂ ਪੜ੍ਹਨੇ ਹਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਬੋਲ, ਹਰ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ, ਰਤਨਾ ਰਾਮ ਰਾਜੇ। ਗੁਰਦੇਵ ਸੱਚੇ ਪਾਤਸ਼ਾਹ ਜੀਆਂ ਦੀਆਂ ਪਾਵਨ ਪਵਿੱਤਰ ਜਿਹੜੀਆਂ 8 ਵਾਰਾਂ ਹਨ, ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਜੋ ਉਚਾਰਨ ਕੀਤੀਆਂ, ਤੇ ਸ਼ਹਿਨਸ਼ਾਹ ਜੀਆਂ ਦੇ ਆਪਾਂ ਦੀਦਾਰ ਹੀ ਤਾਂ ਪਾਉਂਦੇ ਹਾਂ। ਸੋ ਲੋੜ ਹੈ ਭਾਵਨਾ ਸਹਿਤ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਨੇਮ ਦੇ ਨਾਲ ਪਾਵਨ ਪਵਿੱਤਰ ਬਚਨਾਂ ਦਾ ਦਰਸ਼ਨ ਦੀਦਾਰ ਪਾਈਏ। ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਸਾਧ ਸੰਗਤ ਜੀਓ ਖੰਡੇ ਬਾਟੇ ਦੀ ਪੌਲ ਬਖਸ਼ਿਸ਼ ਕੀਤੀ, ਮਰਿਆਦਾ ਬਣਾਈ।
ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਘਰ ਦੇ ਅੰਦਰ ਆਦ ਤੋਂ ਮਹਾਰਾਜ ਜੀਆਂ ਨੇ ਉਹ ਮਰਿਆਦਾ ਬੰਨਣੀ ਸ਼ੁਰੂ ਕਰ ਦਿੱਤੀ। ਜਿਵੇਂ ਆਪਾਂ ਸ਼ਬਦ ਪੜ੍ਹਨੇ ਆ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ, ਇਹ ਉਹ ਸ਼ਬਦ ਆਪਾਂ ਕਹਿ ਕੇ ਸਾਧ ਸੰਗਤ ਜੀ ਉਹ ਸ਼ਬਦ ਵਿਚਾਰ ਵੱਲ ਲਾਵਾਂਗੇ। ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਬਚਨ ਕਿ ਹੇ ਭਾਈ ਗੁਰ ਸਤਿਗੁਰ ਕਾਜੋ ਸਿੱਖ ਖਾਏ। ਇਹ ਬਚਨ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਕਿ ਹੇ ਭਾਈ ਜੇ ਤੂੰ ਕਹਾਉਂਦਾ ਹੈ ਵੀ ਮੈਂ ਸਿੱਖ ਹਾਂ ਸੋ ਭਲਕੇ ਉਠ ਹਰ ਨਾਮ ਧਿਆਨ। ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਾਵਾ। ਪਾਵਨ ਪਵਿੱਤਰ ਬਾਣੀ ਅੰਦਰ ਚੁੱਭੀ ਲਾ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਪਾਪ ਦੁਖ ਲਹਿ ਜਾਵੈ। ਫਿਰ ਚੜ੍ਹੈ ਦਵਿਸ ਗੁਰਬਾਣੀ ਗਾਵੈ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੈ। ਕਿਹੜਾ ਚੰਗਾ ਲੱਗਦਾ ਸਿੱਖ ਗੁਰੂ ਨੂੰ? ਮਹਾਰਾਜ ਜੀਆਂ ਨੇ 10 ਪਾਏ ਸ਼ਬਦ ਵਿੱਚ। ਸੋ ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਬਚਨ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ 31 ਰਾਗਾਂ ਵਿੱਚੋਂ 30 ਰਾਗਾਂ ਵਿੱਚ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਬਾਣੀ ਉਚਾਰਨ ਕੀਤੀ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ। ਸੋ ਐਸੇ ਦੀਨ ਦਿਆਲ ਪਾਤਸ਼ਾਹ ਜੀਆਂ ਨੂੰ ਕੋਟਾਨ ਕੋਟ ਬਾਰੰਬਾਰ ਨਮਸਕਾਰ ਹੈ। ਸੋ ਆਓ ਜੋ ਅੱਜ ਦਾ ਪਾਵਨ ਪਵਿੱਤਰ ਸ਼ਬਦ ਹੈ, ਮੁੱਖ ਵਾਕ ਗੁਰਦੇਵ ਜੀਆਂ ਨੇ ਬਖਸ਼ਿਸ਼ ਕੀਤਾ। ਪਾਵਨ ਪਵਿੱਤਰ ਬਚਨ ਦੀ ਸ਼ਬਦ ਦੀ ਵਿਚਾਰ ਆਪਾਂ ਪ੍ਰਾਰੰਭ ਕਰੀਏ। ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹਲਾ ਪਹਿਲਾ ਘਰ ਦੂਜਾ ਮੋਰੀ ਰੋਣ ਝੁਣ ਲਾਇਆ ਭੈਣੇ ਸਾਵਣ ਆਇਆ। ਰਾਗ ਵਡਹੰਸ ਹੈ। ਮਹੱਲਾ ਪਹਿਲਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਸ਼ਬਦ ਦੇ ਉਚਾਰਨ ਕਰਤਾ। ਘਰ ਦੂਜਾ ਘਰ ਦੂਸਰੇ ਵਿੱਚ ਸੁਰਤਾਲ ਵਿੱਚ ਗਾਉਣ ਦੀ ਤਾਕੀਦ ਕੀਤੀ ਹੈ। ਮੋਰੀ ਰੁਨ ਚੁਨ ਲਾਇਆ ਕਿ ਮੋਰਾਂ ਨੇ ਉਹਨਾਂ ਦੀ ਮਿੱਠੇ ਸ਼ਬਦ ਅਨਹਦ ਧੁਨੀ ਭਾਵ ਉਹਨਾਂ ਦੇ ਬੋਲਾਂ ਨੇ ਮਨ ਨੂੰ ਮੋਹਿਆ ਹੈ। ਸਾਉਣ ਦਾ ਮਹੀਨਾ ਚੜ੍ਹਿਆ ਹੈ ਤੇ ਦੂਰ ਦਰਾਡੇ ਤੋਂ ਮੋਰਾਂ ਦੀ ਆਵਾਜ਼ ਪਈ ਆਉਂਦੀ ਹੈ। ਮੋਰੀ ਰੁਨ ਚੁਨ ਲਾਇਆ। ਇਹ ਭੈਣ ਸਾਉਣ ਦਾ ਮਹੀਨਾ ਆ ਚੜਿਆ ਹੈ। ਤੇਰੇ ਮੁੰਦ ਕਟਾਰੇ ਜੇ ਵੱਡਾ ਤਿਨ ਲੋਭੀ ਲੋਭ ਲੋਭਾਇਆ। ਹੇ ਪਰਿਪੂਰਨ ਪਰਮਾਤਮਾ ਤੇਰੀ ਐਸੀ ਅਦਭੁਤ ਭਾਵ ਇਹ ਕੁਦਰਤ, ਤੇਰੇ ਐਸੇ ਦ੍ਰਿਸ਼ ਨੇ ਮੈਨੂੰ ਮੋਹ ਲਿਆ ਹੈ। ਜੀਵ ਰੂਪੀ ਇਸਤਰੀ ਨੂੰ ਭਾਵ ਮੋਹ ਲਿਆ ਹੈ। ਹੇ ਪਰਿਪੂਰਨ ਪਰਮਾਤਮਾ ਤੇਰੇ ਬੰਕੇ ਲੋਇਣ ਜਦੋਂ ਪਰਮਾਤਮਾ ਦਾ ਸਰੂਪ ਖਿੱਚਿਆ ਨੈਣ ਨਕਸ਼ਵਾਏ ਸਤਿਗੁਰੂ ਜੀਆਂ ਨੇ ਬਾਣੀ ਅੰਦਰ ਆਪਾਂ ਸ਼ਬਦ ਪੜ੍ਹਨੇ ਨਾ। ਤੇਰੇ ਬੰਕੇ ਲੋਇਨ ਦੰਤ ਰਸਾਲਾ ਸੋਹਣੇ ਨੱਕ ਜਿਨ ਲੰਮੜੇ ਵਾਲਾ। ਹੇ ਪਰਿਪੂਰਨ ਪਰਮਾਤਮਾ ਤੇਰੇ ਐਸੇ ਸਵਰੂਪ ਨੇ ਤੇਰੀ ਐਸੀ ਕੁਦਰਤ ਨੇ ਮੈਨੂੰ ਖਿੱਚ ਲਿਆ ਹੈ। ਤੇਰੇ ਮੁੰਦ ਕਟਾਰੇ ਜੇਵੜਾ ਭਾਵੇਂ ਫਾਹੀ ਬਣ ਗਏ ਮੈਨੂੰ ਖਿੱਚ ਪਾ ਲਈ ਆਪਣੇ ਵੱਲ। ਤਿੰਨ ਲੋਭੀ ਲੋਭ ਲੁਭਾਇਆ ਮੈਨੂੰ ਆਪਣੇ ਵੱਲ ਭਾਵ ਇਹਨੇ ਖਿੱਚ ਪਾਈ ਹੈ। ਤੇਰੇ ਦਰਸ਼ਨ ਵਿਟਹੁ ਖੰਨਿਐ ਵੰਜਾ ਤੇਰੇ ਨਾਮ ਵਿਟਹੁ ਕੁਰਬਾਨੋ। ਹੇ ਮੇਰੇ ਸਾਹਿਬ ਜੀ ਮੈਂ ਤੇਰੇ ਨਾਮ ਤੋਂ ਕੁਰਬਾਨ ਜਾਂਦੀ ਹਾਂ, ਤੇਰੇ ਦੀਦਾਰ ਤੋਂ ਮੈਂ ਸਦਕੇ ਜਾਂਦੀ ਹਾਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਬਾਣੀ ਅੰਦਰ ਜਦੋਂ ਆਪਾਂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਸ਼ਬਦ ਆਪਾਂ ਲਈਏ ਸ਼ਬਦ ਦੀ ਵਿਚਾਰ ਵਾਸਤੇ, ਜਿਵੇਂ ਹੁਣ ਭਾਦੋਂ ਦਾ ਮਹੀਨਾ ਹੈ,
ਬਾਹਰ ਦੇ ਮੌਸਮ ਦੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੰਦਰ ਦੀ ਵੀ ਤਸਵੀਰ ਨਾਲ ਨਾਲ ਖਿੱਚਦੇ ਗਏ। ਇਹ ਆਪਾਂ ਦਰਸ਼ਨ ਕਰਨੇ ਆ ਨਾ। ਜੇ ਸਾਉਣ ਦਾ ਮਹੀਨਾ ਆਰੰਭ ਹੋਇਆ, ਗੁਰਦੇਵ ਜੀਆਂ ਨੇ ਉਦਾਹਰਨਾਂ ਦਿੱਤੀਆਂ। ਜੇ ਜੇਠ ਹਾੜ ਦਾ ਮਹੀਨਾ, ਗਰਮੀ ਦੀ ਗੁਰਦੇਵ ਜੀਆਂ ਨੇ, ਜੇ ਪੋਖ ਤੁਖਾਰ ਪੜਾ, ਕੱਕਰ ਦੀ ਗੱਲ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਕਰ ਦਿੱਤੀ। ਭਾਦੋਂ ਭਰਮ ਭੂਲੀ, ਭਰ ਜੋਬਨ ਪਛਤਾਣੀ, ਜਲ ਥਲ ਨੀਰ ਭਰੇ, ਬਰਸ ਰੁੱਤੇ ਰੰਗ ਮਾਣੀ, ਬਰਸੈ ਨਿਸਕਾਲੀ, ਕਿਉਂ ਸੁਖ ਬਾਲੀ, ਦਾਦਰ ਮੋਰ ਲਵੰਤੇ। ਦਾਦਰ ਡੱਡੂ, ਦਾਦਰ ਮੋਰ ਲਵੰਤੇ, ਪ੍ਰਿਉ ਪ੍ਰਿਉ ਚਵੈ ਬਬੀਹਾ ਬੋਲੇ, ਭੁਯੰਗਮ ਫਿਰੈ ਡਸੰਤੇ। ਮੱਛਰ ਡੰਗ ਸਾਇਰ ਪਰ ਸੁਬਰ, ਬਿਨ ਹਰ ਕਿਉਂ ਸੁਖ ਪਾਈਐ। ਨਾਨਕ ਪੂਛ ਚੱਲੋ ਗੁਰ ਆਪਣੇ, ਜੈ ਪ੍ਰਭ ਤੈ ਹੀ ਜਾਈਐ। ਇਹ ਤੁਖਾਰੀ ਰਾਗ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ 12ਵਾਂ ਗੁਰਦੇਵ ਜੀਆਂ ਨੇ ਉੱਥੇ ਸ਼ਬਦ ਉਚਾਰਨ ਕੀਤੇ। ਕਹਿੰਦੇ ਵਕਾਰਾਂ ਰੂਪੀ ਮੱਛਰ ਨੇ ਮੈਨੂੰ ਡੰਗਣਾ ਸ਼ੁਰੂ ਕਰ ਦਿੱਤਾ ਹੈ। ਮੱਛਰ ਡੰਗ ਸਾਇਰ ਪਰ ਸੋਪਰ, ਬਿਨ ਹਰ ਕਿਉਂ ਸੁਖ ਪਾਈਐ। ਨਾਨਕ ਪੂਛ ਚੱਲੋ ਗੁਰ ਆਪਣੇ, ਜੈ ਪ੍ਰਭ ਤੈ ਹੀ ਜਾਈਐ। ਉਹਦੇ ਦ੍ਰਿਸ਼ ਨੂੰ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਅੰਤਰੀਵ ਅੰਦਰ ਦੇ ਨਾਲ ਗੁਰਦੇਵ ਸੱਚੇ ਪਾਤਸ਼ਾਹ ਜੀ ਉਹਨੂੰ ਤਸਵੀਰ ਨੂੰ ਪਏ ਖਿੱਚ ਰਹੇ ਹਨ। ਸਾਉਣ ਦਾ ਮਹੀਨਾ ਪ੍ਰਾਰੰਭ ਹੋਇਆ ਹੈ। ਜੀਵ ਰੂਪੀ ਇਸਤਰੀ ਭਾਵ ਉਹਦੇ ਪਰਿਪੂਰਨ ਪਰਮਾਤਮਾ ਦੀ ਇਸ ਖਿੱਚ ਦੇ ਅੰਦਰ ਖਿੱਚੀ ਗਈ ਹੈ, ਮੋਹੀ ਗਈ ਹੈ। ਕਿਵੇਂ ਖਿੱਚੀ ਗਈ ਆਪਾਂ ਦਰਸ਼ਨ ਕਰਨੇ ਨਾ ਸ਼ਾਮ ਦੇ ਵੇਲੇ। ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਮ। ਤੇ ਗੁਰਦੇਵ ਜੀਆਂ ਦੇ ਸ਼ਬਦ, ਸਾਚੇ ਨਾਮ ਕੀ ਲਾਗੈ ਭੂਖ। ਪੜੋ ਗੁਰਮੁਖੋ, ਸਾਚੇ ਨਾਮ ਕੀ ਲਾਗੈ ਭੂਖ। ਤੇ ਭਾਈ ਜੇ ਕਿਸੇ ਨੂੰ ਹੈ ਅਜਿਹੀ ਖਿੱਚ, ਲੱਗੇ ਨਾਮ ਦੀ ਭੁੱਖ, ਉਹ ਹੀ ਇਹਨਾਂ ਸ਼ਬਦਾਂ ਦੇ ਭਾਵ ਵਿਚਾਰ ਸਮਝ ਸਕਦਾ ਹੈ। ਜਿਵੇਂ ਨਾਸ਼ਤੇ ਦਾ ਸਮਾਂ ਹੋਇਆ, ਦੱਸਣ ਦੀ ਲੋੜ ਨਹੀਂ ਪਈ। ਬੰਦੇ ਨੂੰ ਭੁੱਖ ਲੱਗੀ, ਬੰਦੇ ਨੇ ਕਹਿ ਦਿੱਤਾ ਵੀ ਹੁਣ ਦੁਪਹਿਰ ਦਾ ਭੋਜਨ ਦਾ ਸਮਾਂ ਹੋ ਗਿਆ, ਕਿਉਂਕਿ ਸਰੀਰ ਨੇ ਦੱਸ ਦਿੱਤਾ ਨਾ, ਦੱਸ ਦਿੱਤਾ ਸਰੀਰ ਨੇ ਵੀ ਸਮਾਂ ਹੋ ਗਿਆ ਹੈ ਭੁੱਖ ਆਪਣਾ ਪ੍ਰਸ਼ਾਦੇ ਪਾਣੀ ਦਾ। ਸ਼ਾਮ ਦਾ ਵੇਲਾ ਹੋਇਆ, ਕੁਝ ਨਹੀਂ ਛਕਿਆ, ਸਰੀਰ ਨੇ ਆਪਣੇ ਆਪ ਦੱਸ ਦਿੱਤਾ ਵੀ ਹੁਣ ਭੁੱਖ ਲੱਗੀ, ਰੋਟੀ ਪਾਣੀ ਦਾ ਸਮਾਂ ਹੋ ਗਿਆ, ਵੀ ਇੰਨੇ ਵੱਜ ਗਏ ਨੇ। ਬੰਦਾ ਬਿਨਾਂ ਘੜੀ ਵੇਖੇ ਹੀ ਕਹਿ ਦਿੰਦਾ ਵੀ ਇੰਨੇ ਦਾ ਟਾਈਮ ਹੋ ਗਿਆ। ਕਿਉਂ? ਸਰੀਰ ਨੇ ਦੱਸ ਦਿੱਤਾ। ਇਹ ਤਾਂ ਵੱਡਿਆਂ ਭਾਗਾਂ ਵਾਲੇ ਸਰੀਰ ਨੇ, ਜਿਨ੍ਹਾਂ ਨਾਮ ਸਿਮਰਨ ਦੀ ਭੁੱਖ ਜਿਨ੍ਹਾਂ ਨੂੰ ਲੱਗੀ, ਤੇ ਉਹਨਾਂ ਵੀ ਕਹਿ ਦਿੱਤਾ ਭਾਈ ਹੁਣ ਪਾਸੇ ਹੋ ਜਾ, ਹੁਣ ਮੇਰੇ ਬਾਣੀ ਦਾ ਸਮਾਂ ਹੋ ਗਿਆ। ਹੈਨ ਵਿਰਲੇ, ਹੈਨ ਐਸੇ ਗੁਰੂ ਕੇ ਪਿਆਰੇ ਜਿਨ੍ਹਾਂ ਨੂੰ ਭਾਵ ਨਾਮ ਨਾ ਸਿਮਰੇ, ਤੇ ਉਹਨਾਂ ਨੇ ਕਹਿ ਦਿੱਤਾ ਵੀ ਅੱਜ ਨਿਤਨੇਮ ਨਹੀਂ ਹੋਇਆ ਹੈ ਤੇ ਕੁਛ ਨਾ ਕੁਛ ਅੱਜ ਘਾਟਾ ਹੈ। ਸਾਚੇ ਨਾਮ ਕੀ ਲਾਗੈ ਭੂਖ। ਇਹਨਾਂ ਪਾਵਨ ਪਵਿੱਤਰ ਜਿਹੜੇ ਗੁਰੂ ਨਾਨਕ ਦੇਵ ਮਹਾਰਾਜ ਜਾਂ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਜਿਹੜੇ ਪਾਵਨ ਪਵਿੱਤਰ ਮੁਬਾਰਕ ਕਈ ਅਜਿਹੇ ਪਾਵਨ ਪਵਿੱਤਰ ਸ਼ਬਦ ਹਨ। ਜਿਵੇਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਪਾਵਨ ਪਵਿੱਤਰ ਆਪਾਂ ਪੰਕਤੀਆਂ ਕਈ ਵਾਰ ਕਥਾ ਵਿਚਾਰ ਵਿੱਚ ਦਰਸ਼ਨ ਕਰਨੇ ਹਾਂ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਵੀ ਪਾਵਨ ਪਵਿੱਤਰ ਬਚਨ ਜਿਹੜੇ ਉਚਾਰਨ ਕੀਤੇ। ਮੈਂ ਨੈਣੀ ਨੀਂਦ ਨਾ ਆਵੈ, ਜਿਉ ਭਾਵੈ ਅੰਨ ਨਾ ਪਾਣੀ। ਕਿਉਂ? ਪਰਿਪੂਰਨ ਪਰਮਾਤਮਾ ਤੇਰੇ ਨਾਮ ਦਾ ਵਿਛੋੜਾ ਹੈ। ਤੇਰੇ ਦਰਸ਼ਨ ਵਿਟੋ ਖੰਨੀਆਂ ਵਈਆਂ। ਹੇ ਪ੍ਰਮਾਤਮਾ ਤੇਰੇ ਦੀਦਾਰ ਤੋਂ ਮੈਂ ਸਦਕੇ ਹਾਂ। ਤੇਰੇ ਨਾਮ ਵਿਟੋ ਕੁਰਬਾਨੋ। ਤੇਰੇ ਨਾਮ ਤੋਂ ਮੈਂ ਸਦਕੇ ਜਾਵਾਂ, ਕੁਰਬਾਨ ਜਾਵਾਂ। ਵਾਰੰਵਾਰ ਭਾਵ ਵਾਰ ਵਾਰ ਕੁਰਬਾਨ ਜਾਵਾਂ। ਜਾ ਤੂੰ ਤਾ ਮੈਂ ਮਾਨ ਕੀਆ ਹੈ, ਤੁਧ ਬਿਨ ਕਿਹਾ ਮੇਰਾ ਮਾਨੋ। ਇਹ ਪਰਿਪੂਰਨ ਪਰਮਾਤਮਾ ਮੇਰਾ ਮਾਨ ਤਾਂ ਤੇਰੇ ਨਾਲ ਹੈ ਨਾ। ਜਾਂ ਤੂੰ ਤਾਂ ਮੈਂ ਮਾਨ ਕੀਆ ਹੈ। ਇਹ ਵੀ ਭਾਵ ਜਿਹੜੇ ਨਾਲ ਅਰਥ ਕੀਤੇ ਗਏ ਪ੍ਰਿੰਸੀਪਲ ਸਾਹਿਬ ਸਿੰਘ ਹੁਣਾਂ ਵੱਲੋਂ, ਜਾਂ ਤੂੰ ਤਾਂ ਮੈਂ ਮਾਣ ਕੀਆ। ਪਰਿਪੂਰਨ ਪਰਮਾਤਮਾ ਤੇਰਾ ਵਾਸਾ ਇਸ ਕੁਦਰਤ ਵਿੱਚ ਹੈ, ਤਾਂ ਹੀ ਮੈਂ ਇਹ ਸ਼ਬਦ ਕਹੇ ਹਨ। ਜੇ ਤੂੰ ਕੁਦਰਤ ਵਿੱਚ ਭਾਵ ਤੂੰ ਇਸ ਜ਼ਰੇ ਜ਼ਰੇ ਅੰਦਰ ਵਿਆਪਕ ਨਾ ਹੋਵੇਂ, ਤਾਂ ਫਿਰ ਮੈਂ ਇਹ ਸ਼ਬਦ ਨਹੀਂ ਸਾ ਕਹਿ ਸਕਦਾ।
ਜਾਂ ਤੂੰ ਤਾਂ ਮੈਂ ਮਾਣ ਕੀਆ ਹੈ, ਹੇ ਪਰਿਪੂਰਨ ਪਰਮਾਤਮਾ, ਮੇਰਾ ਜੀਵ ਰੂਪੀ ਇਸਤਰੀ ਦਾ ਮਾਣ ਪਰਿਪੂਰਨ ਪਰਮਾਤਮਾ ਰੂਪੀ ਪਤੀ ਦੇ ਨਾਲ ਹੈ। ਬਿਨਾ ਤੇਰੇ ਤੋਂ ਭਾਵ ਮੇਰਾ ਭਾਵ ਮਾਣ ਕਾਦਾ। ਚੂੜਾ ਭੰਨ ਪਲੰਗ ਸਿਓ ਮੁੰਦੇ, ਸਣ ਬਾਹੀ ਸਣ ਬਾਹਾ। ਹੁਣ ਇੱਥੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਜੀਵ ਰੂਪੀ ਇਸਤਰੀ ਨੇ ਸ਼ਿੰਗਾਰ ਕੀਤੇ, ਉਹਨਾਂ ਦੀ ਗੁਰਦੇਵ ਜੀ ਨੇ ਇੱਥੋਂ ਬਚਨ ਪ੍ਰਾਰੰਭ ਕੀਤਾ। ਪਰਿਪੂਰਨ ਪਰਮਾਤਮਾ ਜੀ ਨੂੰ ਰੁਝਾਉਣ ਵਾਸਤੇ ਬਾਹੀਂ ਚੂੜਾ ਪਾਇਆ ਹੈ, ਨਾਨਾ ਪ੍ਰਕਾਰ ਦੇ ਵੇਸ਼ ਇਤਿਆਦਿਕ ਕੀਤੇ ਹਨ। ਪਰ ਜਿਸ ਨੂੰ ਪਾਉਣ ਵਾਸਤੇ ਵੇਸ਼ ਇਤਿਆਦਿਕ ਕੀਤੇ, ਇੰਨੇ ਪਹਿਰਾਵੇ ਕੀਤੇ, ਉਹ ਪਰਿਪੂਰਨ ਪਰਮਾਤਮਾ ਦਾ ਮੇਲ ਤਾਂ ਹੋਇਆ ਨਹੀਂ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬਚਨ ਪਏ ਉਚਾਰਦੇ ਹਨ ਕਿ ਇਹ ਜੀਵ ਰੂਪੀ ਇਸਤਰੀ ਚੂੜਾ ਭੰਨ ਪਲੰਗ ਸਿਓ ਮੁੰਦੇ, ਸਣ ਬਾਹੀ ਸਣ ਬਾਹਾਂ। ਬਾਹੀ ਪਾਇਆ ਹੋਇਆ ਚੂੜਾ ਭੰਨ ਦੇ, ਬਾਹਾਂ ਭੰਨ ਦੇ, ਸਣ ਬਾਹੀ ਸਣ ਬਾਹਾਂ ਭਾਵ ਪਲੰਗ ਦੀਆਂ ਬਾਹੀਂ ਭੰਨ ਦੇ, ਬਾਹਾਂ ਭੰਨ ਦੇ। ਕਿਉਂ ਜੀ? ਸਤਿਗੁਰੂ ਅਗਲੇ ਪਾਵਨ ਪਵਿੱਤਰ ਪੰਕਤੀ ਅੰਦਰ ਭਾਵ ਦੱਸ ਪਾਉਂਦੇ ਹਨ, ਇਤੇ ਵੇਸ ਕਰੰਦੀਏ ਮੁੰਦੇ, ਸਹੁਰਾ ਤੋ ਅਵਰਾਹਾ। ਇਤੇ ਵੇਸ ਕਰੇਂਦੀਏ ਭਾਵ ਹੇ ਜੀਵ ਰੂਪੀ ਇਸਤਰੀ ਇੰਨੇ ਵੇਸ ਇਤਿਆਦਿਕ ਕੀਤੇ ਹਨ, ਪਰ ਉਹ ਪਰਿਪੂਰਨ ਪਰਮਾਤਮਾ ਨਾਲ ਮੇਲ ਤਾਂ ਪ੍ਰਾਪਤ ਹੋਇਆ ਨਹੀਂ। ਸਹੁਰਾਤੋ ਅਵਰਾਹਾ, ਉਹ ਪਰਿਪੂਰਨ ਪਰਮਾਤਮਾ ਦਾ ਮੇਲ ਤਾਂ ਪ੍ਰਾਪਤ ਤਾਂ ਹੋਇਆ ਨਹੀਂ। ਉਹਦਾ ਭਾਵ ਮੇਲ ਹੋਰਾਂ ਨੇ ਮਾਣਿਆ ਹੈ। ਜਿਵੇਂ ਪਾਵਨ ਪਵਿੱਤਰ ਆਪਾਂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਪਾਵਨ ਪਵਿੱਤਰ ਬਚਨ ਦਰਸ਼ਨ ਕਰਨੇ ਹਾਂ। ਦਰਸ਼ਨ ਪਿਆਸੀ ਦਿਨਸ ਰਾਤ, ਚਿਤਵੋ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਚੰਤ ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀਆ, ਤਿਸ ਮੋਹਨ ਲਾਲ ਪਿਆਰੇ ਹੋਂ ਫਿਰੋਂ ਖੋਜੰਤੀਆ। ਤਿਸ 10 ਪਿਆਰੇ ਸਿਰ ਧਰੀ ਉਤਾਰੇ, ਇੱਕ ਭੋਰੀ ਦਰਸ਼ਨ ਦੀਜੈ। ਨੈਣ ਹਮਾਰੇ ਪ੍ਰਿਆ ਰੰਗ ਰੰਗਾਰੇ, ਇੱਕ ਤਿਲ ਭੀ ਨਾ ਧੀਰੀਜੈ। ਪ੍ਰਭ ਸਿਉ ਮਨ ਲੀਨਾ ਜਿਉ ਜਲ ਮੀਨਾ, ਚਾਤ੍ਰਿਕ ਜਿਵੇਂ ਤਸੰਤੀਆ। ਜਨ ਨਾਨਕ ਗੁਰ ਪੂਰਾ ਪਾਇਆ, ਸਗਲੀ ਤਿਖਾ ਬੁਝੰਤੀਆ। ਯਾਰ ਵੇ, ਵੇਖੋ ਮਹਾਰਾਜ ਜੀ ਕਿਵੇਂ ਸ਼ਬਦ ਪਾਵਨ ਪਵਿੱਤਰ ਪਰਿਪੂਰਨ ਪਰਮਾਤਮਾ ਨੂੰ ਸੰਬੋਧਨ ਹੋ ਰਹੇ ਹਨ। ਯਾਰ ਵੇ ਪ੍ਰੈ ਹੱਬੇ ਸਖੀਆਂ, ਮੂੰਹ ਕਹੀ ਨਾ ਜੇਹੀਆ। ਯਾਰ ਵੇ ਹਿਕ ਡੂ ਹਿਕ ਚਾੜੇ, ਹਉ ਕਿਸ ਚਤੇਹੀਆ। ਪਰਮਾਤਮਾ ਤੇਰੇ ਘਰ ਦੇ ਅੰਦਰ ਜੀਵ ਰੂਪੀ ਜਿਹੜੇ ਸਤਸੰਗੀ ਆਉਂਦੇ ਹਨ, ਇੱਕ ਤੋਂ ਇੱਕ ਵੱਧ ਚੜ ਕੇ ਨਾਮ ਅਭਿਆਸੀ ਹਨ। ਯਾਰ ਵੇ ਪ੍ਰੈ ਹੱਬੇ ਸਖੀਆਂ, ਮੂੰਹ ਕਹੀ ਨਾ ਜੇਹੀਆਂ। ਮੇਰੇ ਵਰਗੀਆਂ ਨਹੀਂ, ਭਾਵ ਮੇਰੇ ਤੋਂ ਚੰਗੀਆਂ ਹਨ। ਯਾਰ ਵੇ ਪ੍ਰੈ ਹੱਬੇ ਸਖੀਆਂ, ਮੂੰਹ ਕਹੀ ਨਾ ਜੇਹੀਆ। ਯਾਰ ਵੇ ਹਿਕ ਡੂ ਹਿਕ ਚਾੜੇ, ਹਉ ਕਿਸ ਚਤੇਹੀਆ। ਹਿਕ ਦੂ ਹਿਕ ਚਾੜੇ, ਅਨਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ। ਤਿਨਾ ਦੇਖ ਮਨ ਚਾਉ ਉਠੰਦਾ, ਹਉ ਕਦ ਪਾਈ ਗੁਣ ਤਾਸਾ। ਜਿਨੀ ਮੈਡਾ ਲਾਲ ਰਿਝਾਇਆ, ਜਿਨ੍ਹਾਂ ਨੇ ਮੇਰੇ ਲਾਲ ਉਸ ਪਰਿਪੂਰਨ ਪਰਮਾਤਮਾ ਨੂੰ ਰਿਝਾਇਆ ਹੈ, ਉਹਦੀ ਸੇਵਾ ਕੀਤੀ ਹੈ। ਤਿਸ ਆਗੈ ਮਨ ਡੇਹੀਆ, ਮੈਂ ਉਹਦੇ ਅੱਗੇ ਆਪਣਾ ਮਨ ਤਨ ਭਾਵ ਵਾਰ ਦਵਾਂ, ਨਿਸ਼ਾਵਰ ਕਰ ਦਵਾਂ। ਹਉ ਤਿਸ ਆਗੈ ਮਨ ਡੇਹੀਆ, ਨਾਨਕ ਕਹੈ ਸੁਣ ਬਿਨੋ ਸੁਹਾਗਣ, ਮੂੰਹ 10 ਦਿਖਾ ਫਿਰ ਕੇਹੀਆ। ਨਾਨਕ ਕਹੈ ਸੁਣ ਬਿਨੋ ਸੁਹਾਗਣ, ਮੂੰਹ 10 ਦਿਖਾ ਫਿਰ ਕੇਹੀਆ। ਆ ਸ਼ਿੰਗਾਰ ਕੀਤਾ ਹੈ, ਪਰਮਾਤਮਾ ਵਾਸਤੇ ਕੀਤਾ ਹੈ। ਪਰ ਜੇ ਨਹੀਂ ਮੇਲ ਪ੍ਰਾਪਤ ਹੋਇਆ, ਚੂੜਾ ਭੰਨ ਪਲੰਗ ਸਿਓ ਮੁੰਧੇ, ਸਨ ਬਾਹੀ ਸਨ ਬਾਹਾ। ਏਤੇ ਵੇਸ ਕਰੇਂਦੀਏ ਮੁੰਧੇ, ਸ਼ੌਰਾ ਤੋ ਅਵਰਾਹਾ। ਸ਼ੌ ਭਾਵੋ ਪਰਿਪੂਰਨ ਪਰਮਾਤਮਾ, ਅਵਰਾਹਾ ਭਾਵ ਉਹਨੇ ਤਾਂ ਹੋਰਨਾਂ ਦੇ ਨਾਲ, ਹੋਰ ਜੀਵ ਰੂਪੀ ਇਸਤਰੀਆਂ ਦੇ ਨਾਲ ਤਾਂ ਉਹਨੇ ਭਾਵ ਮਿਲਾਪ ਰੱਖਿਆ ਹੈ। ਤੇਰੇ ਨਾਲ ਤਾਂ ਕੋਈ ਉਹਦਾ ਮਿਲਾਪ ਨਹੀਂ ਹੋਇਆ। ਨਾ ਮਨਿਆਰ ਨਾ ਚੂੜੀਆ, ਨਾ ਸੇ ਵੰਗੁੜਿਆ। ਮਨਿਆਰੀ ਦੀ ਦੁਕਾਨ ਹੈ, ਚੂੜੀਆਂ ਚੜਾਉਣ ਵਾਲਾ ਮਨਿਆਰੀ।
ਨਾ ਮਨਿਆਰ ਨਾ ਚੂੜੀਆਂ ਨਾ ਸੇਵੰਗੜੀਆ, ਕੋਈ ਕੰਮ ਨਾ ਆਇਆ, ਨਾ ਚੂੜੀਆਂ ਚੜਾਉਣ ਵਾਲਾ ਕੰਮ ਆਇਆ, ਨਾ ਉਹ ਪਾਈਆਂ ਹੋਈਆਂ ਸੋਨੇ ਦੀਆਂ ਵੰਗਾਂ ਕੰਮ ਕਿਸੇ ਆਈਆਂ। ਮਹਾਰਾਜ ਕਹਿੰਦੇ ਵੀ ਇੰਨਾ ਤੂੰ ਭਾਵ ਇਹ ਸਾਰਾ ਵੇਸ਼ ਇਤਿਆਦਕ ਕੀਤਾ ਹੈ। ਜੋ ਸਹਿ ਕੰਠ ਨ ਲੱਗਿਆ ਜਲਨ ਸੇ ਬਾਹੜਿਆ। ਆਪ ਜਿਹੜੀਆਂ ਬਾਹਾਂ ਪਰਿਪੂਰਨ ਪਰਮਾਤਮਾ ਦੇ ਘਰ ਤੱਕ ਨਹੀਂ ਆਈਆਂ, ਜੋ ਸ਼ਹਿ ਕੰਠ ਨਾ ਲੱਗੀਆਂ, ਗਲੇ ਨਾ ਲੱਗੀਆਂ, ਜਲਨ ਸੇ ਬਾਹੜੀਆਂ, ਕਿਉਂ ਨਾ ਸੜ ਜਾਣ ਉਹ ਬਾਹਾਂ। ਆਹ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਭਗਤ ਨਾਮਦੇਵ ਸਾਹਿਬ ਜੀ ਦਾ ਸ਼ਬਦ ਆਉਂਦਾ ਹੈ, ਰੇ ਜੇਵਾ ਕਰੋ ਸਤਖੰਡ। ਰੇ ਜੇਵਾ ਆਪਣੇ ਆਪ ਨੂੰ ਉਚਾਰਨ ਕਰ ਰਹੇ ਹਨ, ਜੋ ਸ਼ੈ ਕੰਠ ਨਾਲ ਲੱਗੀਆਂ ਸਰੀਰ ਦੇ ਅੰਗਾਂ ਦੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਵੇਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਵੀ ਸ਼ਬਦ ਆਉਂਦੇ ਨੇ, ਸਰੀਰਾ ਮੇਰਿਆ ਜਾਂ ਇਹ ਨੇਤਰੋ ਮੇਰਿਓ, ਇਹ ਰਸਨਾ ਤੂੰ ਅਨਰਸ ਰਾਚ ਰਹੀ। ਸੰਬੋਧਨ ਕਰ ਰਹੇ ਨੇ ਨਾ ਆਪਣੇ ਸਰੀਰ ਨੂੰ। ਭਗਤ ਨਾਮਦੇਵ ਸਾਹਿਬ ਜੀ ਦਾ ਸ਼ਬਦ ਹੈ, ਰੇ ਜੇਵਾ ਕਰੋ ਸਤਖੰਡ। ਸਤਖੰਡ ਦਾ ਮਤਲਬ ਤੇਰੇ ਮੈਂ 100 ਟੋਟੇ ਕਰ ਦਿਆਂ। ਕਿਉਂ ਜੀ? ਰੇ ਜਿਹਬਾ ਕਰੋ ਸਤਖੰਡ ਜਾਮ ਨਾ ਉਚਰਸ ਸ਼੍ਰੀ ਗੋਬਿੰਦ। ਜੇ ਤੂੰ ਪਰਮਾਤਮਾ ਨੂੰ ਨਹੀਂ ਉਚਾਰਦਾ, ਇਹ ਜੀਵਾ ਜੇ ਪਰਮਾਤਮਾ ਦੇ ਨਾਮ ਨੂੰ ਨਹੀਂ ਉਚਾਰਦੀ, ਤੇਰੇ 100 ਟੋਟੇ ਕਰ ਦਿਆਂ। ਜਾਮ ਨਾ ਉਚਰਸ ਸ਼੍ਰੀ ਗੋਬਿੰਦ ਰੰਗੀਲੇ ਜੇਬਾ ਹਰ ਕੈ ਨਾਏ, ਸੁਰੰਗ ਰੰਗੀਲੇ ਹਰ ਹਰ ਧਿਆਏ। ਜੋ ਸ਼ੈ ਕੰਠ ਨਾ ਲੱਗੀਆਂ ਜਲਨ ਸੇ ਬਾਹੜੀਆਂ, ਭਾਵ ਉਹ ਬਾਹਾਂ ਸੜ ਕਿਉਂ ਨਾ ਜਾਣ। ਸਭ ਸਹੀਆ ਸਹੁ ਰਾਵਣ ਗਈਆ, ਹਉ ਦਾਦੀ ਕੈ ਦਰ ਜਾਵਾ। ਮੇਰੇ ਨਾਲ ਦੀਆਂ ਸਹੇਲੀਆਂ ਭਾਵ ਜੀਵ ਰੂਪੀ ਇਸਤਰੀਆਂ ਸਭ ਸਹੀਆਂ ਸਹੁ ਰਾਵਣ ਗਈਆਂ, ਹਉ ਦਾਦੀ ਕੈ ਦਰ ਜਾਵਾਂ। ਮੈਂ ਕਿਹਦੇ ਦੁਆਰੇ ਜਾਵਾਂ? ਮੇਰੇ ਕੋਲ ਤਾਂ ਕੋਈ ਐਸਾ ਗੁਣ ਚੰਗਾ ਨਹੀਂ, ਨਾ ਮੈਂ ਰੂਪ ਨਾ ਬੰਕੇ ਨੈਣਾ, ਨਾ ਕੁਲ ਢੰਗ ਨਾ ਮੀਠੇ ਬੈਣਾ, ਨਾ ਮੇਰੇ ਕੋਲ ਬੋਲ ਚੰਗਾ, ਨਾ ਮੇਰਾ ਰੂਪ ਚੰਗਾ, ਨਾ ਮੇਰੇ ਨੇਤਰ ਚੰਗੇ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਪਰਮਾਤਮਾ ਮੈਂ ਕਿਹਦੇ ਦੁਆਰੇ ਜਾਵਾਂ? ਇੱਕ ਸਤਿਗੁਰੂ ਜੀ ਦਾ ਸ਼ਬਦ ਹੈ, ਗੌੜੀ ਰਾਗ ਦਾ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ। ਮਹਾਰਾਜ ਜੀ ਨੇ ਬੇਨਤੀ ਕੀਤੀ। ਅਸਲ ਵਿੱਚ ਜਿਤਨੇ ਸ਼ਬਦ ਨੇ ਸਤਿਗੁਰੂ ਜੀ ਨੇ ਸਾਨੂੰ ਬੇਨਤੀ ਕਰਨ ਦਾ ਢੰਗ ਤਰੀਕਾ ਦਰਸਾਇਆ ਕਿ ਇਹ ਜੀਵ ਇਸ ਤਰ੍ਹਾਂ ਬੇਨਤੀ ਕਰ। ਭੁਜ ਬਲ ਵੀਰ ਬ੍ਰਹਮ ਸੁਖ ਸਾਗਰ, ਗਰਤ ਪਰਤ ਗਹਿ ਲਿਹੁ ਅੰਗੁਰੀਆ। ਸ਼ਰਵਨ ਨਾ ਸੁਰਤ ਨੈਣ ਸੁੰਦਰ, ਨਹੀਂ ਆਰਤ ਦੁਆਰ ਰਟਤ ਪਿੰਗੁਰੀਆ। ਪਰਮਾਤਮਾ ਮੈਂ ਇਸ ਸੰਸਾਰ ਸਮੁੰਦਰ ਅੰਦਰ ਡੁੱਬ ਚੁੱਕਾ ਹਾਂ, ਪੂਰੀ ਤਰ੍ਹਾਂ ਡੁੱਬ ਚੁੱਕਾ ਹਾਂ। ਤੇ ਮਹਾਰਾਜ ਕਹਿੰਦੇ ਕੱਲੀਆਂ ਮੇਰੀਆਂ ਉਂਗਲਾਂ ਦੇ ਪੋਟੇ ਪੋਟੇ ਬਾਹਰ ਰਹਿ ਕੇ, ਬਾਕੀ ਮੈਂ ਗਰਕ ਚੁੱਕਾ ਸੰਸਾਰ ਵਿੱਚ। ਤੇ ਬੇਨਤੀ ਕੀਤੀ, ਪਰਮਾਤਮਾ ਤੁਸੀਂ ਇੱਕ ਕਿਰਪਾ ਕਰੋ। ਭੁਜ ਬਲ ਵੀਰ ਬ੍ਰਹਮ ਸੁਖ ਸਾਗਰ, ਗਰਤ ਪਰਤ ਗਹਿ ਲਿਹੋ ਅੰਗੁਰੀਆ। ਉਂਗਲਾਂ ਤੋਂ ਪਕੜ ਕੇ ਬਾਹਰ ਕੱਢੋ ਮੈਨੂੰ। ਗਰਤ ਪਰਤ ਗਹਿ ਲਿਹੋ ਅੰਗੁਰੀਆ। ਤੇ ਨਾਲ ਫਿਰ ਬਚਨ ਕੀਤਾ ਕਿ ਜਦੋਂ ਤੁਸੀਂ ਬਾਹਰ ਕੱਢੋਗੇ ਨਾ, ਉਸ ਵਕਤ ਇਹ ਨਾ ਤੱਕਿਓ ਮੇਰਾ ਰੂਪ ਕੈਸਾ ਹੈ, ਮੇਰੇ ਸ਼ਰਵਣ ਕੈਸੇ ਹਨ, ਮੇਰੀ ਨੇਤਰ ਵੇਖਣੀ ਕੈਸੀ ਹੈ। ਪਰਮਾਤਮਾ ਇਹ ਨਾ ਤੱਕਿਓ, ਨਹੀਂ ਚੰਗੀ, ਨਹੀਂ ਮੇਰੀ ਜੀਭਾਂ ਨੇ ਚੰਗਾ ਕਦੇ ਬੋਲਿਆ, ਨਹੀਂ ਮੇਰੇ ਨੇਤਰਾਂ ਨੇ ਕਦੇ ਚੰਗਾ ਵੇਖਿਆ, ਨਹੀਂ ਮੇਰੇ ਕੰਨਾਂ ਨੇ ਕਦੇ ਚੰਗਾ ਸੁਣਿਆ। ਪਰਮਾਤਮਾ ਇਹ ਨਾ ਵੇਖਿਓ, ਬਸ ਪਰਿਪੂਰਨ ਪਰਮਾਤਮਾ ਆਪਣਾ ਤੁਸੀਂ ਬਿਰਧ ਪਾਲ ਕੇ ਮੈਨੂੰ ਉਂਝ ਹੀ ਰੱਖ ਲਿਓ। ਸਾਹਿਬ ਦੇ ਪਾਵਨ ਪਵਿੱਤਰ ਬਚਨ, ਸ਼ਰਵਨ ਨਾ ਸੁਰਤ ਨੈਣ ਸੁੰਦਰ, ਨਹੀਂ ਆਰਤ ਦੁਆਰ ਰਟਤ ਪਿੰਗੁਰੀਆ। ਦੀਨਾ ਨਾਥ ਅਨਾਥ ਕਰੁਣਾ ਮੈਂ, ਸਾਜਨ ਮੀਤ ਪਿਤਾ ਮਹਿਤਰੀਆ। ਤੇ ਇੱਥੇ ਪਾਵਨ ਪਵਿੱਤਰ ਬਚਨ, ਸਭ ਸਹੀਆਂ ਸਹੁ ਰਾਵਣ ਗਈਆਂ, ਹਉ ਦਾਦੀ ਕੈ ਦਰ ਜਾਵਾਂ। ਮੈਂ ਕਿਹਦੇ ਦੁਆਰੇ ਤੇ ਜਾਵਾਂ? ਮੈਨੂੰ ਤਾਂ ਉਹਦੇ ਘਰ ਦੇ ਅੰਦਰ ਥਾਂ ਨਸੀਬ ਨਹੀਂ ਹੋਈ। ਮਾਲੇ ਹਉ ਖਰੇ ਸੁਚੱਜੇ, ਤੈ ਸਹਿ ਏਕ ਨਾ ਭਾਵਾ। ਆਪਣੇ ਆਪ ਅੰਦਰ ਹਉਮੈ ਵਸ ਹੋ ਕੇ, ਅਮਾਲੀ ਹਉ ਖਰੀ ਸੁਚੱਜੀ,
ਹੰਕਾਰਵਸ ਹੋ ਕੇ ਮੈਂ ਕਹਿ ਦਿੱਤਾ ਵੀ ਮੇਰੇ ਜੈਸਾ ਗੁਰਮੁਖ ਪਿਆਰਾ ਹੋਰ ਕਿਹੜਾ ਹੈ। ਮੈਂ ਤਾਂ ਬਹੁਤ ਸੁਲਝਿਆ ਹੋਇਆ ਹਾਂ, ਮੈਂ ਤਾਂ ਬੜੀ ਸੇਵਾ ਕਰਦਾ ਹਾਂ, ਖਰੀ ਸੁਚੱਜੀ ਬੜੇ ਚੱਜ ਵਾਲੀ ਹਾਂ। ਤੈਸ਼ੈ ਏਕ ਨਾ ਭਾਵਾਂ ਪਰ ਪਰਿਪੂਰਨ ਪਰਮਾਤਮਾ, ਤੈਨੂੰ ਤਾਂ ਨਹੀਂ ਨਾ ਪਾਈ, ਤੈਨੂੰ ਤਾਂ ਨਹੀਂ ਨਾ ਚੰਗੀ ਲੱਗੀ। ਹਾਂ, ਆਪਣੇ ਹਿਰਦੇ ਵਸ, ਆਪਣੇ ਅਹੰਕਾਰ ਵਸ ਹੋ ਕੇ ਨੇ ਸ਼ਬਦ ਕਹਿ ਦਿੱਤੇ, ਭਾਵ ਆਪਣੇ ਆਪ ਕਿ ਮੇਰੇ ਜੈਸਾ ਹੋਰ ਕੋਈ ਵੀ ਵੱਡਾ ਸੇਵਾ ਕਰਨ ਵਾਲਾ ਨਹੀਂ, ਮੈਂ ਹੀ ਇੱਕ ਵੱਡਾ ਸੇਵਾ ਕਰਨ ਵਾਲਾ ਹਾਂ, ਮੈਂ ਹੀ ਵੱਡਾ ਬਾਣੀ ਪੜ੍ਹਨ ਵਾਲਾ ਜਾਂ ਕਥਾ ਕਰਨ ਵਾਲਾ ਹਾਂ। ਮਹਾਰਾਜ ਕਹਿੰਦੇ ਅੰਮਾਲੀ ਹਉ ਖਰੀ ਸੁਚੱਜੀ ਤੈਸਾ ਏਕ ਨਾ ਪਾਵਾਂ, ਪਰ ਪਰਿਪੂਰਨ ਪਰਮਾਤਮਾ ਭਾਵ ਮੈਂ ਤੈਨੂੰ ਨਹੀਂ ਭਾਈ। ਮਾਠ ਗੁੰਦਾਈ ਪੱਟਿਆ ਭਰੀਐ ਮੰਗ ਸੰਧੂਰੇ। ਭਾਵ ਮੇਢੀਆਂ ਗੁੰਦੀਆਂ, ਮੇਢੀਆਂ ਗੁੰਦ ਕੇ ਵਿੱਚ ਸੰਧੂਰ ਇਤਿਆਦਿਕ ਵੀ ਭਰ ਲਿਆ। ਮਾਠ ਗੁਦਾਈ ਪੱਟੀਆਂ ਭਰੀਐ ਮੰਗ ਸੰਧੂਰੇ, ਇਹ ਵੀ ਨਾਲ ਭਾਵ ਇਸ ਤਰੀਕੇ ਨਾਲ ਵੀ ਸ਼ਿੰਗਾਰ ਇਤਿਆਦਿਕ ਕੀਤਾ। ਅੱਗੇ ਗਈ ਨਾ ਮੰਨਿਐ ਮਰੋ ਵਿਸੂਰ ਵਿਸੂਰੇ। ਪਰਿਪੂਰਨ ਪਰਮਾਤਮਾ ਅੱਗੇ ਗਈ ਨਾ ਮੰਨੀਆਂ, ਤੇਰੇ ਦੁਆਰੇ ਤੇ ਕੋਈ ਵੀ ਭਾਵ ਕੀਤੇ ਹੋਏ ਜਿਤਨੇ ਵੀ ਇਹ ਸਾਰੇ ਲਿਬਾਸ ਸ਼ਿੰਗਾਰ ਇਤਿਆਦਿਕ ਸਨ, ਕੋਈ ਵੀ ਭਾਵ ਇਹਦਾ ਥਾਂ ਮੁੱਲ ਨਹੀਂ ਪਈ, ਤੇ ਨਾ ਮੈਨੂੰ ਤੇਰੇ ਘਰ ਦੇ ਅੰਦਰ ਕੋਈ ਥਾਂ ਨਸੀਬ ਹੋਈ। ਮਰੋ ਵਿਸੂਰ ਵਿਸੂਰੇ, ਮੈਂ ਵਿਛੜ ਵਿਛੜ ਕੇ ਝੁਰ ਝੁਰ ਕੇ ਪਈ ਮਰ ਰਹੀ ਹਾਂ। ਇਹ ਕਿਹੜੇ ਸ਼ਿੰਗਾਰ ਹਨ ਸਾਧ ਸੰਗਤ ਜੀ? ਜੀਵ ਦੇ ਤਨ ਦੇ ਉੱਪਰ ਆ ਬਾਹਰੀ ਜਿਤਨੇ ਵੀ ਜੀਵ ਨੇ ਭਾਵ ਸ਼ਿੰਗਾਰ ਇਤਿਆਦਿਕ ਕੀਤੇ ਹਨ, ਪਰ ਸ਼ਿੰਗਾਰ ਹੈ ਤਾਂ ਪਰਿਪੂਰਨ ਪਰਮਾਤਮਾ ਨੂੰ ਰਜਾਉਣ ਵਾਸਤੇ। ਜਿਵੇਂ ਪਿਛਲੇ ਦਿਨੀ ਵੀ ਪਹਿਲਾਂ ਵੀ ਇੱਕ ਦਿਨ ਬੇਨਤੀ ਕੀਤੀ ਸੀ ਕਿ ਉਹ ਸ਼ਿੰਗਾਰ ਮਿਲਣ ਕੈ ਤਾਈ, ਹਰ ਨਾ ਮਿਲੈ ਜਗ ਜੀਵਨ ਗੁਸਾਈ। ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾਂ ਕੋ ਕਰੋ ਸ਼ਿੰਗਾਰ। ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਕ, ਤਨ ਮਨ ਰਾਮ ਪਿਆਰੇ ਜੋ। ਤੇ ਗੁਰਦੇਵ ਸੱਚੇ ਪਾਤਸ਼ਾਹ ਕਿਹੜਾ ਸ਼ਿੰਗਾਰ ਕਰੀਏ? ਗੁਰਦੇਵ ਮਹਾਰਾਜ ਜੀਆਂ ਨੇ ਫਿਰ ਦੱਸ ਪਾਈ, ਦੇਵੀ ਗੁਣਾ ਦਾ ਸ਼ਿੰਗਾਰ ਕਰ, ਸਤ ਸੰਜਮ ਦਇਆ ਸੰਤੋਖ ਦਾ ਸ਼ਿੰਗਾਰ ਤੂੰ, ਆਹ ਸ਼ਿੰਗਾਰ ਤੂੰ ਆਪਣੇ ਤਨ ਦੇ ਉੱਪਰ ਹੰਡਾਉਣਾ ਕਰ। ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਪਾਵਨ ਪਵਿੱਤਰ ਇੱਥੇ ਬਚਨ ਕੀਤਾ, ਅੱਗੇ ਗਈ ਨਾ ਮੰਨੀਆਂ ਮਰੋ ਵਿਸੂਰ ਵਿਸੂਰੇ। ਮੈਂ ਪਰਿਪੂਰਨ ਪਰਮਾਤਮਾ ਦੇ ਘਰ ਇਸ ਤਰੀਕੇ ਨਾਲ ਤਾਂ ਜਗ੍ਹਾ ਨਸੀਬ ਨਾ ਹੋਈ, ਝੁਰ ਝੁਰ ਕੇ ਭਾਵ ਵਿਛੜ ਵਿਛੜ ਕੇ ਭਾਵ ਉਹਦੇ ਤੋਂ ਮਰ ਰਹੀ ਹਾਂ। ਮੈਂ ਰੋਵੰਦੀ ਸਭ ਜਗ ਰੁੰਨਾ, ਰੁੰਨੜੇ ਵਣ ਹੋ ਪੰਖੇਰੂ। ਮੈਂ ਰੋਵੰਦੀ, ਹੁਣ ਇੱਥੋਂ ਤੱਕ ਸਤਿਗੁਰੂ ਜੀਆਂ ਨੇ ਸ਼ਿੰਗਾਰਾਂ ਦੀ ਗੱਲ ਕੀਤੀ। ਇੱਥੋਂ ਹੁਣ ਉਹਦੇ ਵਿਜੋਗ ਦੀ, ਜੋ ਵਿਛੋੜੇ ਦੀ ਪੀੜ ਦੇ ਅੰਦਰ ਜੀਵ ਰੂਪੀ ਇਸਤਰੀ ਭਾਵ ਰੋ ਰਹੀ ਸੀ, ਹੁਣ ਉਹਦਾ ਜ਼ਿਕਰ ਮਹਾਰਾਜ ਜੀ ਨੇ ਇੱਥੋਂ ਆਰੰਭ ਕੀਤਾ। ਮੈਂ ਰੋਵੰਦੀ, ਵਿਛੋੜੇ ਦੀ ਪੀੜ ਦੇ ਅੰਦਰ ਸਭ ਜਗ ਰੁੰਨਾ। ਮੇਰੀ ਇਹ ਤਰਸਯੋਗ ਹਾਲਤ ਵੇਖ ਕੇ ਜਿਤਨੇ ਹੋਰ ਸਨ ਸੰਸਾਰ ਭਾਵ ਉਹ ਵੀ ਮੇਰੇ ਵੱਲ ਵੇਖ ਕੇ ਰੋ ਪਏ, ਉਹਨਾਂ ਦਾ ਵੀ ਅੰਦਰ ਪਸੀਜ ਗਿਆ। ਰੁੰਨੜੇ ਵਣੋ ਪੰਖੇਰੂ ਭਾਵ ਜੰਗਲਾਂ ਬੇਲਿਆਂ ਦੇ ਅੰਦਰ ਰਹਿਣ ਵਾਲੇ ਜਿਹੜੇ ਪੰਛੀ ਇਤਿਆਦਿਕ ਸਨ, ਪੰਖੀ, ਉਹਨਾਂ ਦੇ ਵੀ ਭਾਵ ਰੋ ਪਏ। ਉਹਨਾਂ ਨੇ ਵੀ ਮੇਰੀ ਤਰਸਯੋਗ ਹਾਲਤ ਵੇਖ ਕੇ ਉਹਨਾਂ ਦੇ ਵੀ ਭਾਵ ਨੇਤਰ ਸੇਜਲ ਹੋਏ। ਇਕ ਨਾ ਰੁੰਨਾ ਮੇਰੇ ਤਨ ਕਾ ਬਿਰਹਾ, ਜਿਨਹੁ ਪਿਰਹੁ ਵਿਛੋੜੀ। ਸਾਰੇ ਰੋ ਪਏ, ਪਰ ਜਿਹੜੀ ਅੰਦਰ ਦੀ ਪੀੜ ਸੀ ਨਾ, ਇੱਕ ਨਾ ਰੁੰਨਾ ਮੇਰੇ ਤਨ ਕਾ ਬਿਰਹਾ, ਜਿਹਨੂੰ ਬਾਬਾ ਫਰੀਦ ਸਾਹਿਬ ਕਹਿੰਦੇ ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ। ਫਰੀਦਾ ਜਿਤ ਤਨ ਬਿਰਹੋ ਨਾ ਉਪਜੈ, ਸੋ ਤਨ ਜਾਣ ਮਸਾਨ। ਇੱਕ ਨਾ ਰੁੰਨਾ ਮੇਰੇ ਤਨ ਕਾ ਬਿਰਹਾ, ਜਿਨਹੋਂ ਪਿਰੋ ਵਿਛੋੜੀ। ਜਿਸ ਨੇ ਪਰਿਪੂਰਨ ਪਰਮਾਤਮਾ ਤੋਂ ਭਾਵ ਪਰਿਪੂਰਨ ਪਰਮਾਤਮਾ ਤੋਂ ਵਿਥ ਪਈ, ਸਾਰੇ ਪਸੀਜ ਗਏ,
ਪਰ ਅੰਦਰ ਦਾ ਜਿਹੜਾ ਬਿਰਹਾ ਕਹਿੰਦੇ ਉਹ ਨਾ ਪਸੀਜਿਆ। ਸੁਪਨੈ ਆਇਆ ਭੀ ਗਿਆ, ਮੈਂ ਜਲ ਭਰਿਆ ਰੋਏ। ਇਹੀ ਵਿਚਾਰ ਲੈ ਕੇ ਦਿਨ ਦੇ ਅੰਦਰ ਜਾਂ ਰਾਤ ਨੂੰ ਸੁੱਤੀ ਹੋਈ ਜੀਵ ਰੂਪੀ ਇਸਤਰੀ ਇਸੇ ਤਰ੍ਹਾਂ ਲੰਮੀ ਪੈ ਗਈ। ਹੌਕੇ ਲੈਂਦਿਆਂ ਲੈਂਦਿਆਂ ਜੀਵ ਰੂਪੀ ਇਸਤਰੀ ਸੁੱਤੀ ਤੇ ਸੁਪਨੇ ਵਿੱਚ ਕੀ ਹੋਇਆ? ਪਰਿਪੂਰਨ ਪਰਮਾਤਮਾ ਨਾਲ ਮਿਲਾਪ ਹੋਇਆ। ਜਿਵੇਂ ਭਾਈ ਵੀਰ ਸਿੰਘ ਜੀ ਇੱਕ ਆਪਣੀ ਕਵਿਤਾ ਦੇ ਅੰਦਰ ਵੀ ਉਹ ਵੀ ਜ਼ਿਕਰ ਕਰਦੇ ਹਨ ਕਿ ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ, ਅਸੀਂ ਧਾਗ ਲਵਕੜੀ ਪਾਈ। ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ, ਅਸੀਂ ਧਾਗ ਲਵਕੜੀ ਪਾਈ। ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। ਕੰਬਦੀ ਕਲਾਈ ਉਹਦਾ ਕਵਿਤਾ ਦਾ ਸਿਰਲੇਖ ਸੀ ਭਾਈ ਵੀਰ ਸਿੰਘ ਜੀ ਦਾ। ਹੁਣ ਇੱਥੇ ਜ਼ਿਕਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੀਤਾ ਕਿ ਉਹ ਪਰਿਪੂਰਨ ਪਰਮਾਤਮਾ ਸੁਪਨਾ ਆਇਆ ਭੀ ਗਿਆ, ਮੈਂ ਜਲ ਭਰਿਆ ਰੋਏ। ਆਇਆ ਸੁਪਨੇ ਅੰਦਰ। ਔਰ ਵੱਡੀ ਗੱਲ ਸਾਧ ਸੰਗਤ ਜੀਓ ਇਹ ਹੈ ਕਿ ਸੁਪਨਾ ਜੀਵ ਨੂੰ ਉਸੇ ਦਾ ਆਏਗਾ ਵੀ ਜਿਹਦਾ ਦਿਨ ਦੇ ਅੰਦਰ ਸਿਮਰਨ ਹੋਵੇ। ਕੁਦਰਤੀ ਹੈ ਨਾ, ਜਿਹਦਾ ਚੇਤਾ ਜੋ ਸੰਸਾਰ ਦੇ ਅੰਦਰ ਦਿਨ ਦੇ ਅੰਦਰ ਉਹਨੇ ਕਾਰ ਵਿਹਾਰ ਕੀਤੇ। ਜੇ ਦੁਕਾਨ ਤੇ ਬੈਠਾ ਤੇ ਰਾਤ ਨੂੰ ਦੁਕਾਨ ਦੇ ਹੀ ਭਾਵ ਉਸੇ ਤਰ੍ਹਾਂ ਸੁਪਨੇ ਨੇ। ਜਿਹਦਾ ਜਿਵੇਂ ਦਾ ਜਿਹਦਾ ਕੰਮਕਾਰ, ਜਿਵੇਂ ਦਾ ਜਿਹਦਾ ਕੰਮਕਾਰ ਹੈ ਉਸੇ ਤਰ੍ਹਾਂ ਦੇ ਉਹਦੇ ਸੁਪਨੇ ਹਨ। ਉਹਦੀ ਸਿਮਰਤੀ ਉਸੇ ਤਰ੍ਹਾਂ ਦੀ ਹੋਵੇਗੀ, ਸੁਪਨਾ ਉਹਦਾ ਉਸੇ ਤਰ੍ਹਾਂ ਦਾ ਹੋਵੇਗਾ। ਜਿਵੇਂ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਪਰਵਾਨਾ ਉਹਨਾਂ ਨੇ ਇੱਕ ਥਾਂ ਲਿਖਿਆ ਕਿ ਕਹਿੰਦੇ ਕੋਈ ਇੱਕ ਕੱਪੜੇ ਦੀ ਦੁਕਾਨ ਤੇ ਵੀਰ, ਉਹਦੀ ਕੱਪੜੇ ਦੀ ਦੁਕਾਨ ਸੀ। ਸਾਰਾ ਦਿਨ ਉਹਨੇ ਆਏ ਹੋਏ ਗਾਹਕਾਂ ਨੂੰ, ਭਾਵ ਗਾਹਕਾਂ ਨੇ ਉਹਦੇ ਕੋਲ ਆਉਣਾ, ਗੱਜ ਪਕੜਨਾ, ਕੱਪੜਾ ਮਿਣਨਾ, ਕੱਪੜਾ ਮਿਣ ਕੇ ਪਾੜ ਕੇ ਦੇ ਦੇਣਾ। ਘਰ ਸੁੱਤੇ ਸੁੱਤੇ ਨੇ ਆਪਣੇ ਉੱਪਰ ਲਈ ਹੋਈ ਚਾਦਰ ਦੋਹਾਂ ਹੱਥਾਂ ਨਾਲ ਪਕੜ ਕੇ ਪਾੜ ਦਿੱਤੀ। ਕੋਲੋਂ ਘਰ ਦੀ ਨੇ ਉਠਾਇਆ ਵੀ ਇਹ ਕੀ, ਤੁਸੀਂ ਤਾਂ ਸੁੱਤੇ ਹੋਏ, ਕੀ ਇਹ ਚਾਦਰ ਕਿਉਂ ਪਾੜੀ? ਉਹਨੇ ਕਿਹਾ ਵੀ ਮੈਨੂੰ ਸੁਪਨੇ ਦੇ ਅੰਦਰ ਇਉਂ ਲੱਗਾ ਜਿਵੇਂ ਕੋਈ ਗਾਹਕ ਮੇਰੀ ਦੁਕਾਨ ਤੇ ਆਇਆ ਹੈ ਤੇ ਮੈਂ ਗੱਜ ਦੇ ਨਾਲ ਕੱਪੜਾ ਮਿਣ ਕੇ ਉਹਨੂੰ ਪਾੜ ਕੇ ਦਿੱਤਾ ਹੈ। ਜੈਸੀ ਉਹਦੀ ਸਿਮਰਤੀ ਹੋਵੇਗੀ ਵੈਸਾ ਉਹਦਾ ਸੁਪਨਾ ਹੋਵੇਗਾ। ਜੇ ਸਿਮਰਤੀ ਅੰਦਰ ਦਿਨ ਦੇ ਅੰਦਰ ਪ੍ਰਮਾਤਮਾ ਦਾ ਨਾਮ ਨਹੀਂ, ਰਾਤ ਨੂੰ ਸਿਮਰਤੀ ਵਿੱਚ ਕੈਸਾ ਹੈ? ਨਹੀਂ ਹੋਵੇਗਾ। ਕਈ ਵਾਰ ਆਪ ਜੀਆਂ ਨੇ ਸ਼ਾਇਦ ਹੋਵੇ ਏਦਾਂ, ਆਪ ਜੀਆਂ ਦਾ ਅਨੁਭਵ ਹੋਵੇ ਰਾਤ ਨੂੰ ਜਦੋਂ ਕਈ ਵਾਰ ਪਾਠ ਕਰਕੇ ਸੋਈਏ ਜਾਂ ਦਿਨ ਦੇ ਅੰਦਰ ਕੋਈ 2 ਘੰਟੇ ਪਾਠ ਕੀਤਾ ਹੋਵੇ ਤੇ ਰਾਤ ਨੂੰ ਸੁੱਤੇ ਹੋਏ ਬੁੱਲ ਵੀ ਆਪਣੇ ਆਪ ਉਸੇ ਤਰ੍ਹਾਂ ਫਰਕ ਦੇ ਪਾਠ ਕਰਦੇ ਹਨ। ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤੇ, ਸੁਪਨਾ ਆਇਆ ਭੀ ਗਿਆ, ਮਾਲਕ ਆਇਆ ਚਲਾ ਗਿਆ। ਸੁਪਨਾ ਸੀ ਉਹ ਤਾਂ 2 ਘੜੀਆਂ ਦਾ ਸੁਪਨਾ ਸੀ। ਮੈਂ ਜਲ ਭਰਿਆ ਰੋਏ, ਪਰ ਉਹ ਜਦੋਂ ਮਿਲਿਆ ਮੈਨੂੰ ਬੜਾ ਆਨੰਦ ਆਇਆ। ਉਹਦੇ ਨਾਲ ਮਿਲਾਪ ਹੋਇਆ। ਸੁੱਤਿਆਂ ਸੁੱਤਿਆਂ ਮੇਰੀਆਂ ਅੱਖਾਂ ਗਿੱਲੀਆਂ ਹੋ ਗਈਆਂ। ਹੁੰਦਾ ਹੈ ਨਾ, ਕਈ ਵਾਰ ਬੰਦਾ ਹੱਸ ਕੇ ਉੱਠ ਪੈਂਦਾ ਹੈ, ਕੋਈ ਸੁਪਨਾ ਐਸਾ ਹੋਵੇ। ਕਈ ਵਾਰ ਬੰਦਾ ਡਰ ਕੇ ਉੱਠਦਾ ਹੈ। ਉਹਦਾ ਮਿਲਾਪ ਹੋਇਆ ਤੇ ਅੱਖਾਂ ਵਿੱਚੋਂ ਜਿਹੜਾ ਨੀਰ ਸੀ, ਮੈਂ ਜਲ ਭਰਿਆ ਰੋਏ, ਅੱਖਾਂ ਵਿੱਚੋਂ ਨੀਰ ਵਹਿ ਤੁਰਿਆ। ਆਏ ਨਾ ਸਕਾ ਤੁਝ ਕਨ ਪਿਆਰੇ, ਭੇਜ ਨਾ ਸਕਾ ਕੋਏ। हे ਪਰਿਪੂਰਨ ਪਰਮਾਤਮਾ, ਨਾ ਮੈਂ ਆਪ ਆ ਸਕਦੀ ਹਾਂ ਤੇਰੇ ਕੋਲ। ਆਏ ਨਾ ਸਕਾਂ ਤੁਝ ਕਨ ਪਿਆਰੇ, ਤੁਝ ਕਨ ਤੇਰੇ ਵੱਲ, ਤੇਰੇ ਕੰਨੀ, ਤੇਰੇ ਵੱਲ ਤੁਝ ਕਨ ਪਿਆਰੇ, ਭੇਜ ਨਾ ਸਕਾਂ ਕੋਈ। ਮੈਂ ਕਿਸ ਨੂੰ ਭੇਜਾਂ ਸੁਨੇਹਾ ਲੈ ਕੇ? ਮੈਂ ਆਪਣੀ ਹਾਲਤ ਦਾ, ਆਪਣੇ ਬਾਰੇ ਕਿਹੜਾ ਮੈਂ ਸੁਨੇਹਾ ਲੈ ਕੇ, ਕਿਸ ਦੇ ਹੱਥ ਮੈਂ ਸੁਨੇਹਾ ਭੇਜਾਂ? ਆਏ ਨਾ ਸਕਾਂ ਤੁਝ ਕਨ ਪਿਆਰੇ, ਭੇਜ ਨਾ ਸਕਾਂ ਕੋਈ। ਬਾਬਾ ਕਬੀਰ ਸਾਹਿਬ ਜੀ ਪਾਵਨ ਪਵਿੱਤਰ, ਜਿਵੇਂ ਬਾਬਾ ਕਬੀਰ ਸਾਹਿਬ ਜੀ ਨੇ ਗੌੜੀ ਰਾਗ ਦੇ ਅੰਦਰ ਜ਼ਿਕਰ ਕੀਤਾ, ਕਾਂ ਨੂੰ ਉਡਾਉਂਦਿਆਂ ਬਨੇਰੇ ਤੋਂ, ਕਿ ਕਾਂ ਤੂੰ ਹੀ ਮੇਰਾ ਸੁਨੇਹਾ ਲੈ ਕੇ ਪਰਿਪੂਰਨ ਪਰਮਾਤਮਾ ਦੇ ਘਰ ਤੱਕ ਤੂੰ ਹੀ ਜਾ। ਆਏ ਨਾ ਸਕਾਂ ਤੁਝ ਕਨ ਪਿਆਰੇ, ਭੇਜ ਨਾ ਸਕਾਂ ਕੋਈ, ਮੈਂ ਕਿਸ ਨੂੰ ਭੇਜਾਂ? ਆਓ ਸੁਭਾਗੇ ਨੀਂਦੜੀਏ,
ਮਤ ਸਹੁ ਦੇਖਾ ਇਹ ਸੋਏ। ਨੀਂਦ ਆਓ ਸੁਭਾਗੀ, ਉਹ ਨੀਂਦ ਸੁਭਾਗਾ ਭਰੀ ਨੀਂਦ ਤੂੰ ਹੀ ਆਓ ਸੁਭਾਗੀ ਨੀਂਦੜੀਏ, ਕਿਤੇ ਸੁਪਨੇ ਵਿੱਚ ਉਹਦੇ ਪਰਿਪੂਰਨ ਪਰਮਾਤਮਾ ਨਾਲ ਮਿਲਾਪ ਹੋ ਜਾਏ। ਕਬੀਰ ਸੁਪਨੈ ਹੂੰ ਬਰੜਾਏ ਕੈ, ਜੇ ਮੁਖ ਨਿਕਸੈ RAM, ਤਾਂ ਕਿ ਪਗ ਕੀ ਪਾਹੁਣੀ ਮੇਰੇ ਤਨ ਕੋ ਜਾਮ। ਬਾਬਾ ਕਬੀਰ ਸਾਹਿਬ ਕਹਿੰਦੇ ਵੀ ਜਿਹਦੇ ਕਿਤੇ ਸੁਪਨੇ ਦੇ ਅੰਦਰ RAM ਸ਼ਬਦ ਪਰਮਾਤਮਾ ਦਾ ਸ਼ਬਦ ਕਿਤੇ ਸੁਪਨੇ ਵਿੱਚ ਵੀ ਜਿਹਦੀ ਰਸਨਾ ਤੋਂ ਨਿਕਲ ਆਏ ਨਾ, ਕਹਿੰਦੇ ਉਸ ਰੱਬ ਰੰਗੀ ਰੂਹ ਦੇ ਵਾਸਤੇ ਮੇਰੇ ਤਨ ਦੀਆਂ ਭਾਵ ਚਮੜਾ ਉਤਾਰ ਕੇ ਉਹਦੀਆਂ ਜੁੱਤੀਆਂ ਬਣਾ ਕਰਕੇ ਉਸ ਗੁਰਮੁਖ ਪਿਆਰੇ ਦੇ ਪੈਰੀ ਪਹਿਨਾਓ, ਤਾਂ ਕਿ ਸਤਿ ਸ਼੍ਰੀ ਅਕਾਲ। ਕਬੀਰ ਸੁਪਨਾ ਹੂੰ ਬਰੜਾਏ ਕੈ, ਜੇ ਮੁਖ ਨਿਕਸੈ RAM, ਤਾਂ ਕਿ ਪਗ ਕੀ ਪਾਹੁਣੀ। ਉਹਦੇ ਪੈਰੀ ਪਾਉਣ ਵਾਸਤੇ ਜੁੱਤੀਆਂ, ਮੇਰੇ ਤਨ ਦਾ ਚਮੜਾ ਉਤਾਰ ਕੇ ਉਹਨੂੰ ਪਹਿਨਾਓ। ਇੰਨਾ ਭਾਵ ਜਿਨੇ ਜੀਵਨ ਵਿੱਚ ਭਾਵ ਕਮਾਈ ਕੀਤੀ ਹੈ। ਆਓ ਸੁਭਾਗੀ ਨੀਂਦੜੀਏ, ਮਤ ਸੋ ਦੇਖਾਂ ਸੋਏ, ਕਿਤੇ ਇਸ ਤਰੀਕੇ ਨਾਲ ਪਰਮਾਤਮਾ ਦੇ ਦੀਦਾਰ ਪਾ ਲਵਾਂ। ਐ ਸਾਹਿਬ ਕੀ ਬਾਤ ਜੇ ਆਖੈ, ਕਹੋ ਨਾਨਕ ਕਿਆ ਦੀਜੈ। ਤੇਰੇ ਘਰ ਦੀ ਗੱਲ ਜੇ ਕੋਈ ਮੈਨੂੰ ਸੁਣਾਏ, ਜੇ ਕੋਈ ਤੇਰੇ ਘਰ ਦੀ ਗੱਲ ਮੈਨੂੰ ਸੁਣਾਏ, ਤੈ ਸਾਹਿਬ ਕੀ ਬਾਤ ਜੇ ਆਖੈ, ਕੋਈ ਮੈਨੂੰ ਸੁਣਾਏ ਤੇ ਉਹਦੀ ਮੈਂ ਕੀ ਕੀਮਤ ਦਵਾਂ। ਕੋਈ ਐਸੀ ਕੀਮਤ ਹੋਵੇ ਜਿਹੜਾ ਭਾਵ ਉਸ ਪਰਿਪੂਰਨ ਪਰਮਾਤਮਾ ਦੇ ਘਰ ਦੀਆਂ ਬਾਤਾਂ ਸੁਣਾਏ। ਕਹੋ ਨਾਨਕ ਕਿਆ ਦੀਜਾ, ਉਸ ਨੂੰ ਕੀ ਪੇਸ਼ ਕਰਾਂ। ਸੀਸ ਵੱਡੇ ਕਰ ਬੈਸਣ ਦੀਜੈ, ਵਿਣ ਸਿਰ ਸੇਵ ਕਰੀਜੈ। ਕਹਿੰਦੇ ਹੋਰ ਇਹਦੀ ਕੀਮਤ ਸੰਸਾਰ ਦਾ ਧਨ ਪਦਾਰਥ ਸੰਪਦਾ ਤਾਂ ਕੁਝ ਵੀ ਨਹੀਂ ਹੈ। ਮੈਂ ਆਪਣਾ ਆਪ ਸੀਸ ਵੱਢ ਕੇ, ਸੀਸ ਵੱਡੇ ਕਰ ਬੈਸਣ ਦੀਜੈ, ਵਿਣ ਸਿਰ ਸੇਵ ਕਰੀਜੈ। ਭਾਵ ਇੰਨੀ ਨਿਰਮਾਣਤਾ ਨਿਮਰਤਾ ਦੇ ਅੰਦਰ ਮੈਂ ਉਹਦੀ ਸੇਵਾ ਕਰਾਂ। ਜਿਵੇਂ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਬਚਨ ਹੈ ਨਾ, ਕੋਈ ਜਨ ਹਰਿ ਸਿਉ ਦੇਵੈ ਜੋਰ, ਕੋਈ ਜਨ ਹਰਿ ਸਿਉ ਦੇਵੈ ਜੋਰ, ਕੋਈ ਜਨ ਹਰਿ ਸਿਉ ਦੇਵੈ ਜੋਰ, ਕੋਈ ਜਨ ਹਰਿ ਸਿਉ ਦੇਵੈ ਜੋਰ। ਕੋਈ ਜਨ ਹਰਿ ਸਿਉ ਦੇਵੈ ਜੋਰ, ਕੋਈ ਜਨ ਹਰਿ ਸਿਉ ਦੇਵੈ ਜੋਰ, ਕੋਈ ਜਨ ਹਰਿ ਸਿਉ ਦੇਵੈ ਜੋਰ, ਕੋਈ ਜਨ ਹਰਿ ਸਿਉ ਦੇਵੈ ਜੋਰ। ਚਰਨ ਗਹਾਂ ਬਕੋ ਸੁਭ ਰਸਨਾ, ਚਰਨ ਗਹਾਂ ਬਕੋ ਸੁਭ ਰਸਨਾ, ਚਰਨ ਗਹੋ ਬਕੋ ਸੁਭ ਰਸਨਾ, ਚਰਨ ਗਹੋ ਬਕੋ ਸੁਭ ਰਸਨਾ। ਦੀਜੈ ਪ੍ਰਾਣ ਅਕੋਰ, ਦੀਜੈ ਪ੍ਰਾਣ ਅਕੋਰ, ਦੀਜੈ ਪ੍ਰਾਣ ਅਕੋਰ, ਦੀਜੈ ਪ੍ਰਾਣ ਅਕੋਰ। ਕੋਈ ਜਨ ਹਰਿ ਸਿਉ ਦੇਵੈ ਜੋਰ, ਕੋਈ ਜਨ ਹਰਿ ਸਿਉ ਦੇਵੈ ਜੋਰ, ਕੋਈ ਜਨ ਹਰਿ ਸਿਉ ਦੇਵੈ ਜੋਰ, ਕੋਈ ਜਨ ਹਰਿ ਸਿਉ ਦੇਵੈ ਜੋਰ। ਸਾਹਿਬ ਕੀ ਬਾਤ ਜੇ ਆਖੈ, ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਬੈਸਣ ਦੀਜੈ, ਵਿਣ ਸਿਰ ਸੇਵ ਕਰੀਜੈ। ਬਿਨਾ ਸਿਰ ਤੋਂ ਭਾਵ ਇੰਨੀ ਨਿਰਮਾਣਤਾ ਨਿਮਰਤਾ ਦੇ ਅੰਦਰ ਭਾਵ ਉਹਦੀ ਮੈਂ ਸੇਵਾ ਕਰਾਂ। ਕਿਉ ਨਾ ਮਰੀਜੈ, ਜੀੜਾ ਨਾ ਦੀਜੈ, ਜਾ ਸਹੋ ਭਇਆ ਵਿਡਾਣਾ। ਤੇ ਅਖੀਰ ਵਿੱਚ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀਆਂ ਨੇ ਅਖੀਰ ਵਾਲੀ ਪੰਕਤੀ ਵਿੱਚ ਰਹਿਮਤ ਕੀਤੀ, ਜਾ ਸੋ ਭਇਆ ਵਡਾਣਾ। ਜੇ ਉਹ ਸੋ ਪਰਿਪੂਰਨ ਪਰਮਾਤਮਾ ਵਡਾਣਾ ਕਹੀਏ ਜੇ ਉਪਰਾ ਹੋ ਜਾਏ, ਜੇ ਮੂੰਹ ਫੇਰ ਲਵੇ ਤੇ ਮਹਾਰਾਜ ਕੀ ਕਰੀਏ? ਫਿਰ ਕਹਿੰਦੇ ਮਰ ਕਿਉਂ ਨਾ ਜਾ, ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਫਿਰ ਮਰ ਕਿਉਂ ਨਾ ਜਾ, ਮਰ ਜਾ ਇਸ ਦੇ ਨਾਲੋਂ
ਜਾ ਸੋ ਭਇਆ ਵਡਾਣਾ, ਕਿਉ ਨਾ ਮਰੀਜੈ ਜੀੜਾ ਨਾ ਦੀਜੈ, ਜਾ ਸੋ ਭਇਆ ਵਡਾਣਾ। ਜਿਵੇਂ ਬਾਬਾ ਕਬੀਰ ਸਾਹਿਬ ਜੀ ਆਸਾ ਰਾਗ ਵਿੱਚ ਬਚਨ ਕਰਦੇ ਹਨ, ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ, ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ, ਜੋ ਤਨ ਚੀਰੈ ਅੰਗ ਨਾ ਮੋਰੋਂ, ਪਿੰਡ ਪਰੈ ਤੋ ਪ੍ਰੀਤ ਨਾ ਤੋਰੋਂ, ਹਮ ਤੁਮ बीच भयो नहीं कोई, तुम्हें सो कंत नार हम सोई। हे परिपूर्ण परमात्मा, अपनी मेहर अपनी कृपालता बनाई रखनी। सतगुरु गुरु नानक देव महाराज जियां दे घर दी अकथ कथा व्याख्यान करदियां होइयां बेअंत बेअंत भुलां दी खिमा, इतनियां बेनतियां प्रवान। वाहिगुरु 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 वाहिगुरु। वाहिगुरु जी का खालसा, वाहिगुरु जी की फतेह।